ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ जी के 125वें जन्म दिवस की समूह संगत ਨੂੰ बहुत बहुत ਵਧਾਈ जी। इस प्रोग्राम की लाइव कवरेज कांची टीवी वालों की जा रही है। असी रजिंदर कलेर जी, डॉक्टर रजिंदर कलेर जी और ओंकार खाटी का बहुत धन्यवाद करते हैं जिन्होंने विशेष तौर पर इस प्रोग्राम की कवरेज करवाई है जी। असी बहुत धन्यवादी हाँ जी कांची टीवी के। थैंक यू वेरी मच। जय भीम। पढ़ो जुड़ो संघर्ष करो तुसी दल तो एक हो जावो। अद्धी सदी लंघा लई आपां सोचा सोचदे आने काफी समा लंघाया बामणवाद नूं कोसदे आने। ओ अद्धी सदी लंघा लई आपां सोचा सोचदे आने काफी समा लंघाया बामणवाद नूं कोसदे आने। हुण तां वेला हथ विच तुहाडे, हुण तां वेला हथ विच तुहाडे एवें ना घबरावो। पढ़ो जुड़ो संघर्ष करो तुसी दल तो एक हो जावो। पढ़ो जुड़ो संघर्ष करो तुसी दल तो एक हो जावो। जिन्ना चिर हाँ कलम कले मिलने सानू तके बाबा साहब दे बोल पगाउणे करो इरादे पक्के। ओ जिन्ना चिर हाँ कलम कले मिलने सानू तके बाबा साहब दे बोल पगाउणे करो इरादे पक्के। मेहनत एक दिन रंग ले आंदी, मेहनत एक दिन रंग ले आंदी हर एक नू समझावो। पढ़ो जुड़ो संघर्ष करो तुसी दल तो एक हो जावो। पढ़ो लिखो संघर्ष करो तुसी दल तो एक हो जावो। हथ जोड़ के मंग लैंदा ते बाद विच कब्जा कर लेंदे आ। कहंदे तुहाडा की इत्थे साडा सारा कुछ साडा ही है। आपां भार दे मूल निवासी हां ते साडे ते राज कर रहे हैं चंद बंदे। बाबा साहब दा सुपना सी कि जेड़े जकारा लाउंदे भी बंद कर दिओ, हार पाउणे बंद कर दिओ। जेड़ा मेरा मिशन वा उहनूं पूरा करना आपां ते जागण दी लोड़ है जी। उठ जाग शूदरा वे बड़ा ही शातिर दुश्मन तेरा। उठ जाग शूदरा वे बड़ा ही शातिर दुश्मन तेरा। हथ जोड़ के मंग लैंदा, हथ जोड़ के मंग लैंदा मगरों कहंदा सब कुछ मेरा। उठ जाग शूदरा वे बड़ा ही शातिर दुश्मन तेरा। उठ जाग शूदरा वे बड़ा ही शातिर दुश्मन तेरा। हेलो 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 हेलो। कईयां ही सदियां तो वे साडा शोषण हुंदा आया। कईयां ही सदियां तो वे साडा शोषण हुंदा आया। ये अज दी गल नहीं जी। मैं परसों आया नेपाल तो जिहड़ी साडी लाइफ अज तो 60 साल पहला सी वो अज भी उत्थे हैगी है जी। उन्होंने हक नहीं मंदिरां जाण दा, उन्होंने हक नहीं पानी भरन दा, उन्होंने हक नहीं अपनी गल करन दा, उन्होंने हक नहीं स्टडी करन दा। असी पूरी टीम दी टीम गई उत्थे ते जाके बड़ा सी घर घर जाके प्रचार किया
ਪਰ ਕੁਝ ਲੋੜ ਆ ਸਾਨੂੰ ਉਹਨਾਂ ਨੂੰ ਸਿਖਾਉਣ ਦੀ। ਨਾ ਨੂੰ ਕਿਤਾਬਾਂ ਨਾ ਉਹਨੂੰ ਪਤਾ ਸਾਡੇ ਗੁਰੂ ਕੌਣ ਵਾ, ਸਾਡੇ ਰਹਿਬਰ ਕੌਣ ਆ। ਇਹ ਜਾ ਕੇ ਅਸੀਂ ਦੱਸਿਆ ਸਾਰਿਆਂ ਨੇ ਉੱਥੇ ਕਿ ਸਾਡੇ ਗੁਰੂ ਕੌਣ ਆ, ਸਾਡੇ ਰਹਿਬਰ ਕੌਣ ਆ। ਕਈਆਂ ਹੀ ਸਦੀਆਂ ਤੋਂ ਵੇ ਸਾਡਾ ਸ਼ੋਸ਼ਣ ਹੁੰਦਾ ਆਇਆ, ਕਈਆਂ ਹੀ ਸਦੀਆਂ ਤੋਂ ਵੇ ਸਾਡਾ ਸ਼ੋਸ਼ਣ ਹੁੰਦਾ ਆਇਆ। ਤੂੰ ਮਾਲਿਕ ਭਾਰਤ ਦਾ ਇਹਨਾਂ ਵਿਪਰਾਂ ਗੁਲਾਮ ਬਣਾਇਆ, ਤੂੰ ਮਾਲਿਕ ਭਾਰਤ ਦਾ ਇਹਨਾਂ ਵਿਪਰਾਂ ਗੁਲਾਮ ਬਣਾਇਆ। ਇਹਨਾਂ ਧੋਖੇਬਾਜ਼ਾਂ ਨੇ, ਇਹਨਾਂ ਧੋਖੇਬਾਜ਼ਾਂ ਨੇ ਖੋਲਿਆ ਰਾਜ ਭਾਗ ਵੀ ਤੇਰਾ। ਉੱਠ ਜਾਗ ਸ਼ੂਦਰਾ ਵੇ ਬੜਾ ਹੀ ਸ਼ਾਤਰ ਦੁਸ਼ਮਣ ਤੇਰਾ, ਉੱਠ ਜਾਗ ਸ਼ੂਦਰਾ ਵੇ ਬੜਾ ਹੀ ਸ਼ਾਤਰ ਦੁਸ਼ਮਣ ਤੇਰਾ। ਮੇਰੀ ਭੂਆ ਬਹੁਤ ਮਾਣ ਕਰਦੀ ਹੈ। ਓਹੋ ਓਹੋ ਇਹ ਜੋ ਧਰਮ ਮਨੁੱਖਤਾ ਦਾ ਸਾਡੇ ਸਤਿਗੁਰਾਂ ਸੀ ਚਲਾਇਆ, ਇਹ ਜੋ ਧਰਮ ਮਨੁੱਖਤਾ ਦਾ ਸਾਡੇ ਸਤਿਗੁਰਾਂ ਨੇ ਚਲਾਇਆ। ਜਿਹੜਾ ਧਰਮ ਚਲਾਇਆ ਕਿਹੜਾ ਸੀਗਾ ਜੀ? ਇਹ ਸਾਰੇ ਜਾਣਦੇ ਨੇ ਕਿ ਗੁਰੂ ਰਵਿਦਾਸ ਮਹਾਰਾਜ ਜੀ ਜਦੋਂ ਚੂੜਕਾਣੇ ਦੇ ਵਿੱਚ ਨਾਮ ਦੀ ਬਖਸ਼ਿਸ਼ ਕੀਤੀ ਸੀਗੀ ਗੁਰੂ ਨਾਨਕ ਦੇਵ ਜੀ ਨੂੰ, ਤੇ ਉਹਨਾਂ ਨੂੰ ਕਿਹਾ ਸੀ ਕਿ ਧਰਮ ਨੂੰ ਅੱਗੇ ਲੈ ਕੇ ਜਾਣਾ ਜਿਹੜਾ ਮੇਰਾ ਮਿਸ਼ਨ ਸੀਗਾ। ਇਹ ਧਰਮ ਗੁਰੂ ਰਵਿਦਾਸ ਮਹਾਰਾਜ ਨੇ ਸ਼ੁਰੂ ਕੀਤਾ ਸੀਗਾ ਜੀ। ਇਹ ਜੋ ਧਰਮ ਮਨੁੱਖਤਾ ਦਾ ਸਾਡੇ ਸਤਿਗੁਰਾਂ ਸੀ ਚਲਾਇਆ, ਇਹ ਜੋ ਧਰਮ ਮਨੁੱਖਤਾ ਦਾ ਸਾਡੇ ਸਤਿਗੁਰਾਂ ਸੀ ਚਲਾਇਆ। ਇਹਨਾਂ ਧਰਮ ਪਖੰਡੀਆਂ ਨੇ ਕਬਜ਼ਾ ਬਣ ਕੇ ਸੇਵਕ ਪਾਇਆ, ਇਹਨਾਂ ਧਰਮ ਪਖੰਡੀਆਂ ਨੇ ਸੇਵਕ ਬਣ ਕੇ ਕਬਜ਼ਾ ਪਾਇਆ। ਸਾਨੂੰ ਕੁਝ ਵੀ ਖਬਰ ਨਹੀਂ, ਸਾਨੂੰ ਕੁਝ ਵੀ ਖਬਰ ਨਹੀਂ, ਕਰ ਗਏ ਸਾਡੇ ਨਾਲ ਕੀ ਘੇਰਾ। ਉੱਠ ਜਾਗ ਸ਼ੂਦਰਾ ਵੇ ਬੜਾ ਹੀ ਸ਼ਾਤਰ ਦੁਸ਼ਮਣ ਤੇਰਾ, ਉੱਠ ਜਾਗ ਸ਼ੂਦਰਾ ਵੇ ਬੜਾ ਹੀ ਸ਼ਾਤਰ ਦੁਸ਼ਮਣ ਤੇਰਾ। ਉੱਠ ਜਾਗ ਸ਼ੂਦਰਾ ਵੇ ਬੜਾ ਹੀ ਸ਼ਾਤਰ ਦੁਸ਼ਮਣ ਤੇਰਾ। ਸਭ ਲਈ ਮਰ ਕੇ ਵੇਖ ਲਿਆ ਕਿਸੇ ਨੇ ਕੌਡੀ ਮੁੱਲ ਨਹੀਂ ਪਾਇਆ, ਸਭ ਲਈ ਮਰ ਕੇ ਵੇਖ ਲਿਆ ਕਿਸੇ ਨੇ ਕੌਡੀ ਮੁੱਲ ਨਾ ਪਾਇਆ। ਸਭ ਲਈ ਮਰ ਕੇ ਵੇਖ ਲਿਆ, ਸਾਰੇ ਲਈ ਮਰ ਕੇ ਦੇਖ ਲਿਆ, ਕਿਸੇ ਨੇ ਕੌਡੀ ਮੁੱਲ ਨਹੀਂ ਪਾਇਆ। ਹੁਣ ਸਾਨੂੰ ਲੋੜ ਹੈ, ਜਿਵੇਂ ਸੰਤ ਰਾਮਾਨੰਦ ਦੀ ਸ਼ਹੀਦੀ ਤੋਂ ਬਾਅਦ ਬੜੀ ਜਾਗਰਤੀ ਆਈ ਹੈ, ਕੌਮ ਦੇ ਵਿੱਚ ਬੜੀ ਗੜਤ ਆਈ ਹੈ। ਜੇ ਕੋਈ ਸਿਰ ਚੱਕਦਾ ਤੇ ਨਾਲ ਹੀ ਬੰਦੇ ਖੜੇ ਹੋ ਜਾਂਦੇ ਆ। ਸਭ ਲਈ ਮਰ ਕੇ ਵੇਖ ਲਿਆ ਕਿਸੇ ਨੇ ਕੌਡੀ ਮੁੱਲ ਨਹੀਂ ਪਾਇਆ, ਸਭ ਲਈ ਮਰ ਕੇ ਵੇਖ ਲਿਆ ਕਿਸੇ ਨੇ ਕੌਡੀ ਮੁੱਲ ਨਹੀਂ ਪਾਇਆ। ਹੁਣ ਆਪਣੇ ਹੱਕਾਂ ਲਈ ਵੀਰਿਆ ਵਕਤ ਲੜਨ ਦਾ ਆਇਆ, ਹੁਣ ਆਪਣੇ ਹੱਕਾਂ ਲਈ ਵੀਰਿਆ ਵਕਤ ਲੜਨ ਦਾ ਆਇਆ। ਮਾਂ ਦੇ ਬੱਬਰ ਸ਼ੇਰਾਂ ਵੇ, ਮਾਂ ਦੇ ਬੱਬਰ ਸ਼ੇਰਾਂ ਵੇ ਕਰਦੇ ਪਾਰ ਕੌਮ ਦਾ ਬੇੜਾ। ਉੱਠ ਜਾਗ ਸ਼ੂਦਰਾ ਵੇ ਬੜਾ ਹੀ ਸ਼ਾਤਰ ਦੁਸ਼ਮਣ ਤੇਰਾ, ਉੱਠ ਜਾਗ ਸ਼ੂਦਰਾ ਵੇ ਬੜਾ ਹੀ ਸ਼ਾਤਰ ਦੁਸ਼ਮਣ ਤੇਰਾ। ਉੱਠ ਜਾਗ ਸ਼ੂਦਰਾ ਵੇ ਬੜਾ ਹੀ ਸ਼ਾਤਰ ਦੁਸ਼ਮਣ ਤੇਰਾ। ਅਰਜ ਡੌਲੀ ਬੰਗੜ ਦੀ ਕਾਂਛੀ ਵਾਲਿਆ ਭਾਮੁਰ ਫੇਰਾ, ਅਰਜ ਡੌਲੀ ਬੰਗੜ ਦੀ ਕਾਂਛੀ ਵਾਲਿਆ ਭਾਮੁਰ ਫੇਰਾ। ਸਾਡੇ ਤੋਂ ਜ਼ਾਲਮਾਂ ਨੇ ਖੋਲਿਆ ਰਾਮਾਨੰਦ ਵੀ ਤੇਰਾ, ਸਾਡੇ ਤੋਂ ਜ਼ਾਲਮਾਂ ਨੇ ਖੋਲਿਆ ਰਾਮਾਨੰਦ ਵੀ ਤੇਰਾ। ਜੀਣਾ ਖਾਤਰ ਸੀਸ ਦਿੱਤੇ, ਜੀਣਾ ਖਾਤਰ ਸੀਸ ਦਿੱਤੇ, ਉਹੀ ਸੁਣਨਾ ਕਰ ਗਏ ਬੇੜਾ। ਉੱਠ ਜਾਗ ਸ਼ੂਦਰਾ ਵੇ ਬੜਾ ਹੀ ਸ਼ਾਤਰ ਦੁਸ਼ਮਣ ਤੇਰਾ, ਜਾਗ ਸ਼ੂਦਰਾ ਵੇ ਬੜਾ ਹੀ ਸ਼ਾਤਰ ਦੁਸ਼ਮਣ ਤੇਰਾ। ਉੱਠ ਜਾਗ ਸ਼ੂਦਰਾ ਵੇ ਬੜਾ ਹੀ ਸ਼ਾਤਰ ਦੁਸ਼ਮਣ ਤੇਰਾ, ਉੱਠ ਜਾਗ ਸ਼ੂਦਰਾ ਵੇ ਬੜਾ ਹੀ ਸ਼ਾਤਰ ਦੁਸ਼ਮਣ ਤੇਰਾ। ਉੱਠ ਜਾਗ ਸ਼ੂਦਰਾ ਵੇ ਬੜਾ ਹੀ ਸ਼ਾਤਰ ਦੁਸ਼ਮਣ ਤੇਰਾ। ਮਨੂੰ ਮੋੜ
साडी सूझ-बूझ खुशहाली दा सेरा बाबा साहब नूं जांदा है। जो दसे मार्ग ते चले सहजल धोखा नहीं ओ खांदा है। हक मिलदे हिक दे जोर नाल जग ते मशहूर कहावत है। बाबा साहब सिर्फ एक नाम नहीं, बाबा साहब दा नाम बगावत है। बाबा साहब दा नाम बगावत है। तन भीम जी सेरा मथे सी तेरे सेरा, तन भीम जी सेरा मथे सी तेरे सेरा। दलित कौम दे सिर तो जिसने, दलित कौम दे सिर तो जिसने कीता दूर अंधेरा। तन भीम जी सेरा मथे सी तेरे सेरा, तन भीम जी सेरा मथे सी तेरे सेरा। जदों सी बंदा बंदे ताई दुरकार दा, उठिया सी जज्बा दिल विच कौम दे प्यार दा। जदों सी बंदा बंदे ताई दुरकार दा, उठिया सी जज्बा दिल विच कौम दे प्यार दा। उठिया सी जज्बा दिल विच कौम दे प्यार दा। पढ़ लिख कर संघर्ष हक्कां लई, पढ़ लिख कर संघर्ष हक्कां लई चार जन्मां सवेरा। तन भीम जी सेरा मथे सी तेरे सेरा, तन भीम जी सेरा मथे सी तेरे सेरा। जिसदे दिल विच गैरत है नहीं, जिसदे दिल विच गैरत है नहीं, सकदा हो बंदा कदे टुकड़े भी सह नहीं। जिसदे दिल विच गैरत है नहीं, सकदा हो बंदा कदे टुकड़े भी सह नहीं। सकदा हो बंदा कदे टुकड़े भी सह नहीं। देखिया तेरा सी जोदिया, देखिया तेरा सी जोदिया पत्थर वर्गा जेरा। तन भीम जी सेरा मथे सी तेरे सेरा, तन भीम जी सेरा मथे सी तेरे सेरा।
जी सेरा मत्थे सी तेरे सेरा धन भीम जी सेरा मत्थे सी तेरे सेरा नीलम ठक्करवाल तेरे मिशन नु जाणिया नीलम ठक्करवाल तेरे मिशन नु जाणिया जागरित करे पैणा गा के नाल गाणिया जागरित करे पैणा गा के नाल गाणिया बैलपुरी रहू जग दे उत्ते बैलपुरी रहू जग दे उत्ते नाम चमकदा तेरा धन भीम जी सेरा मत्थे सी तेरे सेरा 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 ਸਤਿਕਾਰਯੋਗ ਪਿੰਡ ਰੰਧਾਵਾ ਮਸੰਦਾਂ ਦੇ ਵਿੱਚ ਡਾਕਟਰ BR ਅੰਬੇਡਕਰ ਐਜੂਕੇਸ਼ਨਲ ਐਂਡ ਵੈਲਫੇਅਰ ਟਰਸਟ ਵੱਲੋਂ ਬਾਬਾ ਸਾਹਿਬ ਅੰਬੇਡਕਰ ਜੀ ਦਾ 125ਵਾਂ ਜਨਮ ਉਤਸਵ ਮੇਲੇ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ। ਮੈਂ ਆਪ ਸਭ ਸੰਗਤਾਂ ਨੂੰ ਔਰ ਟਰਸਟ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਮੇਰੇ ਪਿਤਾ ਸਮਾਨ ਮਾਨਯੋਗ GC ਕੌਲ ਸਾਹਿਬ ਮਿਸ਼ਨਰੀ ਲੇਖਕ ਰਤੂ ਰੰਧਾਵਾ ਜੀ ਪੰਮਾ ਸੁੰਨੜ ਜੀ ਭੈਣ ਪ੍ਰੇਮਲਤਾ ਜੀ ਜੋ ਮਿਸ਼ਨਰੀ ਗੀਤਕਾਰ ਨੇ ਔਰ ਇਸ ਮੰਚ ਦੇ ਸਾਰੇ ਜਿੰਨੇ ਵੀ ਪ੍ਰਬੰਧਕ ਹੈ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਵਧਾਈ ਦਿੰਦਾ। ਅੱਜ ਸਵੇਰ ਤੋਂ ਹੀ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਨ ਦੇ ਨਾਲ ਸੰਬੰਧਿਤ ਵਿਚਾਰਾਂ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਜੇ ਆਪਾਂ ਦੂਸਰੇ ਰੂਪ 'ਚ ਗੱਲ ਕਰੀਏ ਪੂਰਾ ਵਿਸ਼ਵ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਉਤਸਵ ਦੇ ਉੱਤੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਮਨਾਉਣ ਦੇ ਲਈ ਉਹਨਾਂ ਦੇ ਜੀਵਨ ਸੰਘਰਸ਼ ਦੀ ਗੱਲ ਕਰ ਰਿਹਾ। ਜਦੋਂ ਭਾਰਤ ਤੋਂ ਬਾਹਰ UNO ਵੀ ਇਹ ਜਨਮ ਦਿਨ ਮਨਾਉਣ ਦੀ ਗੱਲ ਕਰਦੀ ਹੈ ਤਾਂ ਪੂਰੇ ਵਿਸ਼ਵ ਦੇ ਵਿੱਚ ਇੱਕ ਮੈਸੇਜ ਗਿਆ ਕਿ ਬਾਬਾ ਸਾਹਿਬ ਅੰਬੇਡਕਰ ਜੀ ਦਾ ਜਿਹੜਾ ਜਨਮ ਉਤਸਵ ਹੈ ਉਹ ਮਨਾਇਆ ਜਾਣਾ ਚਾਹੀਦਾ ਹੈ। ਪਰ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਭਾਰਤ ਦੀ ਧਰਤੀ ਤੇ ਭਾਈ ਰਿਪੀਟ ਬੰਦ ਕਰਿਓ। ਭਾਰਤ ਦੀ ਧਰਤੀ ਤੇ ਜਿੱਥੇ ਡਾਕਟਰ ਬਾਬਾ ਸਾਹਿਬ ਅੰਬੇਡਕਰ ਨੇ ਜਨਮ ਲਿਆ ਉੱਥੇ ਬਹੁਜਨ ਸਮਾਜ ਜਿਹੜਾ ਇਸ ਦੇਸ਼ ਦਾ ਸਮਾਜ ਹੈ ਉਹਦੇ ਵਿੱਚ ਕਨਫਿਊਜ਼ਨ ਕ੍ਰੀਏਟ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਔਰ ਜੇਕਰ ਬਾਬਾ ਸਾਹਿਬ ਅੰਬੇਡਕਰ ਨੂੰ ਔਰ ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ਨੂੰ ਅੱਜ ਦੁਸ਼ਮਣ ਵੀ ਅਡਾਪਟ ਕਰ ਰਿਹਾ ਹੈ, ਦੁਸ਼ਮਣ ਵੀ ਉਹਦੇ ਸੋਲੇ ਗਾਉਣ ਦਾ ਕੰਮ ਕਰਦਾ, ਉਹਦੀ ਜੈਕਾਰ ਕਰਨ ਦਾ ਕੰਮ ਕਰਦਾ, ਤਾਂ ਫਿਰ ਜਿਹੜਾ ਇਸ ਦੇਸ਼ ਦਾ ਜਿਹੜਾ ਅਸਲੀ ਵਾਰਸ ਹੈ, ਜਿਹੜਾ ਇਸ ਦੇਸ਼ ਦੀ ਸਿੰਧ ਘਾਟੀ ਦੀ ਸਭਿਅਤਾ ਦਾ ਵਾਰਸ ਹੈ, ਜਿਹੜਾ ਬਾਬਾ ਸਾਹਿਬ ਅੰਬੇਡਕਰ ਦਾ ਪੈਰੋਕਾਰ ਹੈ, ਜਿਹੜਾ ਬਹੁਜਨ ਸਮਾਜ ਹੈ, ਉਹਦੇ ਦਿਮਾਗ ਦੇ ਅੰਦਰ ਕਨਫਿਊਜ਼ਨ ਕ੍ਰੀਏਟ ਹੋ ਜਾਊਗੀ, तो चित्ती पैदा हो जाऊगी कि एक्चुअल च बाबा साहब अंबेडकर ने काम की किया है। असी मेरे असिस्टेंट रजिस्ट्रार PTU तो वीर जी संदीप मैमी जी बैठे ने, वो लगातार उन्होंने दिशा निर्देशन के थले असी ये सोच विचारा करते रहने हैं। सो मैं अज तुहाडे सामने दसना चाहना कि भारत देश दे अंदर दो विचारधारावां काम कर दियां। एक इस देश दे अंदर बाबा साहब अंबेडकर जी की विचारधारा काम कर दी है, ते एक इस देश दे अंदर असमानता वाली ब्राह्मणवादी व्यवस्था जिहड़ी इस देश दे अंदर जिहड़ी उन्हां दी विचारधारा जिहड़ी काम करदी है। जदों असीं दो विचारधारावां दा विश्लेषण करिए तो
ਤਾਂ ਵਿਸ਼ਲੇਸ਼ਣਾਤਮਕ ਅਧਿਐਨ ਤੋਂ ਬਾਅਦ ਸਾਡੇ ਧਿਆਨ ਚ ਆਉਂਦਾ ਹੈ ਕਿ ਬਾਬਾ ਸਾਹਿਬ ਅੰਬੇਡਕਰ ਦੇ ਜਿਹੜੇ ਪੈਰੋਕਾਰ ਨੇ, ਬਾਬਾ ਸਾਹਿਬ ਅੰਬੇਡਕਰ ਦੀ ਜੈਕਾਰ ਕਰਨ ਵਾਲੇ ਲੋਕ ਬਾਬਾ ਸਾਹਿਬ ਅੰਬੇਡਕਰ ਦੇ 125ਵੇਂ ਜਨਮ ਦਿਨ ਦੇ ਉੱਤੇ ਵੀ ਬਾਬਾ ਸਾਹਿਬ ਅੰਬੇਡਕਰ ਦਾ ਜੋ ਕਾਰਵਾ ਬਾਬਾ ਸਾਹਿਬ ਅੰਬੇਡਕਰ ਨੇ ਚਾਹਿਆ ਸੀ ਉਹ ਪੂਰਾ ਨਹੀਂ ਕਰ ਸਕੇ। ਅੱਜ ਇਤਿਹਾਸ ਕੋਈ ਮਨ ਪਰਚਾਉਣ ਦਾ ਵਿਸ਼ਾ ਨਹੀਂ, ਇਤਿਹਾਸ ਕੋਈ ਸੰਗ ਪਾੜਨ ਦਾ ਵੀ ਵਿਸ਼ਾ ਨਹੀਂ। ਅੱਜ ਸਮਾਜ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਸਮਾਜ ਦੇ ਅੰਦਰ ਦੁਚਿੱਤੀ ਪੈਦਾ ਕਰਕੇ ਸਮਾਜ ਦਾ ਜੀਵ ਰਸ ਪੈਦਾ ਕਰਨ ਦਾ ਕੰਮ, ਸਮਾਜ ਦਾ ਕੰਨ ਰਸ ਪੈਦਾ ਕਰਨ ਦਾ ਕੰਮ ਔਰ ਸਮਾਜ ਦਾ ਅੱਖਾਂ ਦਾ ਰਸ ਪੈਦਾ ਕਰਨ ਦੇ ਉੱਤੇ ਹੀ ਕੰਮ ਹੋ ਰਿਹਾ ਹੈ। ਪਰ ਸਮਾਜ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਦੀ ਜਿਹੜੀ ਗੱਲ ਹੈ ਉਹਨੂੰ ਮੰਜ਼ਿਲੇ ਮਕਸੂਦ ਤੱਕ ਪਹੁੰਚਾਉਣ ਦੇ ਲਈ ਮੇਰੇ ਖਿਆਲ ਨਾਲ ਅੱਜ ਭਾਰਤ ਦੇ ਵਿੱਚ ਕੰਮ ਨਹੀਂ ਹੋ ਰਿਹਾ ਹੈ। ਜਿਹੜੀ ਬਾਬਾ ਸਾਹਿਬ ਅੰਬੇਡਕਰ ਜੀ ਦੀ ਵਿਚਾਰਧਾਰਾ ਉਹ ਪੂਰਾ ਵਿਸ਼ਵ ਅਡਾਪਟ ਕਰਨ ਦੇ ਲਈ ਹੋਇਆ ਹੈ। ਅਮਰੀਕਾ ਦਾ ਰਾਸ਼ਟਰਪਤੀ ਬਾਬਾ ਸਾਹਿਬ ਅੰਬੇਡਕਰ ਨੂੰ ਕਹਿੰਦਾ ਕਿ ਜੇ ਡਾਕਟਰ ਅੰਬੇਡਕਰ ਸਾਡੀ ਧਰਤੀ ਤੇ ਜੰਮਦਾ ਤਾਂ ਅਸੀਂ ਉਹਨੂੰ ਚੜ੍ਹਦੇ ਸੂਰਜ ਦਾ ਨਾਂ ਦਿੰਦੇ। ਤੇ ਦੂਸਰੇ ਪਾਸੇ ਜਿਸ ਦੇਸ਼ ਦੇ ਅੰਦਰ ਬਾਬਾ ਸਾਹਿਬ ਅੰਬੇਡਕਰ ਪੈਦਾ ਹੋਏ ਨੇ ਉਸ ਦੇਸ਼ ਦੇ ਅੰਦਰ ਅੱਜ ਤੱਕ ਵੀ ਜਿਹੜੀ ਬ੍ਰਾਹਮਣ ਕਲੀ ਵਿਵਸਥਾ ਜਿਹੜੀ ਆ, ਬ੍ਰਾਹਮਣੀ ਵਿਵਸਥਾ ਜਿਹੜੀ ਲਾਗੂ ਹੈ। ਦੁਨੀਆ ਦੇ ਦੇਸ਼ਾਂ ਦੇ ਵਿੱਚੋਂ ਕਿਤੇ ਵੀ ਬ੍ਰਾਹਮਣੀ ਕਲਪ ਸਿਸਟਮ ਲਾਗੂ ਨਹੀਂ, ਪਰ ਭਾਰਤ ਦੇ ਅੰਦਰ ਅੱਜ ਵੀ ਜਿਹੜੀ ਬ੍ਰਾਹਮਣ ਵਿਵਸਥਾ ਜਿਹੜੀ ਅੱਜ ਵੀ ਭਾਰਤ ਦੇ ਅੰਦਰ ਲਾਗੂ ਹੈ। ਬਾਬਾ ਸਾਹਿਬ ਅੰਬੇਡਕਰ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਿਖਦੇ ਨੇ ਔਰ ਸੰਵਿਧਾਨ ਲਿਖ ਕੇ ਇਸ ਦੇਸ਼ ਦੇ ਅੰਦਰ ਜਿਹੜੇ ਕਾਲੇ ਕਾਨੂੰਨ ਚੱਲਦੇ ਸਨ, ਜਿਸ ਤਰ੍ਹਾਂ ਮੈਂ ਨਾਮ ਲੈਣਾ ਕੋਟ ਕਰਨਾ ਚਾਹੁੰਦਾ, ਜੀਸੀ ਕੌਲ ਸਾਹਿਬ ਨੇ ਕੋਈ ਕਸਰ ਨਹੀਂ ਛੱਡੀ ਹੋਵੇਗੀ। ਮੈਂ ਲੇਟ ਹੋ ਗਿਆ ਜਾਂ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਸਰ ਨਹੀਂ ਛੱਡਣੀ ਇਸ ਵਿਸ਼ੇ ਦੇ ਉੱਤੇ, ਮੈਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਹੈ। ਪਰ ਮੈਂ ਇੱਕ ਗੱਲ ਕੋਟ ਕਰਨਾ ਚਾਹੁੰਦਾ ਕਿ ਇਸ ਦੇਸ਼ ਦੇ ਅੰਦਰ ਜਿਹੜੇ ਚਾਰ ਜਿਹੜੇ ਗ੍ਰੰਥ ਨੇ, ਰਿਗਵੇਦ, ਸਾਮਵੇਦ, ਯਜੁਰਵੇਦ, ਅਥਰਵਵੇਦ, 127 ਮਨੁਸਮ੍ਰਿਤੀਆਂ, 18 ਪੁਰਾਣ ਔਰ ਜਿਹੜੀ ਗੀਤਾ ਔਰ ਜਿਹੜੀ ਇਸ ਦੇਸ਼ ਦੇ ਵਿੱਚ ਮਨੁਸਮ੍ਰਿਤੀ ਸੀਗੀ ਦੇਸ਼ ਦੇ ਵਿੱਚ, ਭਾਰਤ ਦਾ ਸੰਵਿਧਾਨ ਲਿਖਣ ਤੋਂ ਬਾਅਦ ਵੀ ਅੱਜ ਵੀ ਇਸ ਦੇਸ਼ ਦੇ ਉੱਤੇ ਦੇਸ਼ ਦੇ ਹਾਕਮ ਹੈ ਜਿਹੜੇ ਉਹ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਕੰਮ ਨਹੀਂ ਕਰਦੇ। ਅੱਜ ਵੀ ਇਹਨਾਂ ਜਿਹੜੇ ਗ੍ਰੰਥਾਂ ਦੇ ਅਨੁਸਾਰ ਹੀ ਉਹ ਕੰਮ ਕਰਦੇ ਨੇ। ਅੱਜ ਵੀ ਜੇ ਭਾਰਤ ਦੇ ਵਿੱਚ ਭਾਰਤ ਦੇ ਸੰਵਿਧਾਨ ਦੇ ਕੰਮ ਨਾ ਕਰਦੇ ਹੋਣ ਤਾਂ ਕਿੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਭਾਰਤ ਦੇ ਸੰਵਿਧਾਨ ਦਾ ਪਹਿਲਾ ਪੰਨਾ ਜੇਕਰ ਤੁਸੀਂ ਖੋਲ ਕੇ ਵੇਖਦੇ ਹੋ ਤਾਂ ਭਾਰਤ ਦੇ ਪਹਿਲੇ ਪੰਨੇ ਦੇ ਉੱਤੇ ਲਿਖਿਆ ਹੈ, ਇਹ ਦੇਸ਼ ਸਮਤਾ, ਸਮਾਨਤਾ, ਭਾਈਚਾਰਾ, ਬੰਧੁਤਾ ਅਤੇ ਨਿਆਂ ਦੇ ਆਧਾਰ ਤੇ ਚੱਲੇਗਾ। ਪਰ ਨਾ ਦੇਸ਼ 26 ਜਨਵਰੀ 1950 ਤੋਂ ਬਾਅਦ ਨਾ ਦੇਸ਼ ਸਮਤਾ ਤੇ ਚੱਲਿਆ, ਨਾ ਸਮਾਨਤਾ ਤੇ ਚੱਲਿਆ, ਨਾ ਇਸ ਦੇਸ਼ ਦੇ ਅੰਦਰ ਕੋਈ ਭਾਈਚਾਰਾ ਡਿਵੈਲਪ ਹੋਇਆ ਤੇ ਨਾ ਇਸ ਦੇਸ਼ ਦੇ ਅੰਦਰ ਇਸ ਦੇਸ਼ ਦੇ ਲੋਕਾਂ ਨਾਲ ਕੋਈ ਅੱਜ ਤੱਕ ਨਿਆਂ ਸਾਹਿਬ ਜਿਹੜਾ ਹੋਇਆ ਹੈ। ਜੇ ਬਾਬਾ ਸਾਹਿਬ ਅੰਬੇਡਕਰ ਨੇ 396 ਆਰਟੀਕਲ ਲਿਖੇ ਨੇ, 396 ਆਰਟੀਕਲਾਂ ਦੇ ਵਿੱਚੋਂ 69 ਆਰਟੀਕਲ ਇਸ ਦੇਸ਼ ਦੇ ਬਹੁਜਨ ਸਮਾਜ ਦੇ ਲਈ ਲਿਖੇ ਨੇ, ਪਰ ਉਹ ਆਰਟੀਕਲ ਅੱਜ ਛੋਟੇ ਪੈ ਗਏ ਨੇ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਦੇ ਨਾਲ ਇਸ ਦੇਸ਼ ਦੇ ਅੰਦਰ 127 ਜਿਹੜੀਆਂ ਸਮ੍ਰਿਤੀਆਂ, 18 ਪੁਰਾਣ, 4 ਇਹਨਾਂ ਦੇ ਵੇਦ, ਹਜ਼ਾਰਾਂ ਇਹਨਾਂ ਦੇ ਗ੍ਰੰਥ ਅੱਜ ਬਾਬਾ ਸਾਹਿਬ ਅੰਬੇਡਕਰ ਦੇ ਨਾਲ ਸੰਵਿਧਾਨ ਦੇ ਨਾਲ ਲੜ ਰਹੇ ਨੇ ਔਰ ਅੱਜ ਵੀ ਦੇਸ਼ ਦੇ ਉੱਤੇ ਇਹਨਾਂ ਲੋਕਾਂ ਦਾ ਹੀ ਕਬਜ਼ਾ ਹੈ। ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਭਾਰਤ ਦੇਸ਼ ਆਜ਼ਾਦ ਹੋਇਆ ਹੈ, ਦੇਸ਼ ਆਜ਼ਾਦ ਨਹੀਂ ਹੋਇਆ, ਦੇਸ਼ ਦੀ ਸਿਰਫ ਟ੍ਰਾਂਸਫਰ ਆਫ ਪਾਵਰ ਹੋਈ ਹੈ। ਜੇਕਰ ਕਿਸੇ ਸਾਥੀ ਨੂੰ ਸਾਡੇ ਕੋਲ ਡਾਕੂਮੈਂਟ ਚਾਹੀਦਾ ਹੋਵੇ ਤਾਂ ਉਹ ਡਾਕੂਮੈਂਟ ਲੈ ਸਕਦੇ ਨੇ। ਇੱਕ ਦੇਸ਼ ਦੇ ਅੰਦਰ ਵਿਦੇਸ਼ੀ ਲੋਕ ਇਸ ਦੇਸ਼ ਦੇ ਉੱਤੇ ਰਾਜ ਕਰਦੇ ਨਹੀਂ ਸੀ ਜਿਨ੍ਹਾਂ ਨੂੰ ਅੰਗਰੇਜ਼ ਕਹਿੰਦੇ ਸਾਂ। ਔਰ ਜਦੋਂ 15 ਅਗਸਤ 1947 ਨੂੰ ਆਜ਼ਾਦੀ ਹੋਈ ਤਾਂ 14 ਅਗਸਤ 1947 ਨੂੰ ਫਰੀडम ਆਫ ਪਾਕਿਸਤਾਨ ਕਰ ਦਿੱਤਾ ਗਿਆ। ਅੰਗਰੇਜ਼ਾਂ ਨੇ ਇਹ ਬਿੱਲ ਪਾਸ ਕੀਤਾ ਪਰ 15 ਅਗਸਤ 1947 ਨੂੰ ਟ੍ਰਾਂਸਫਰ ਆਫ ਪਾਵਰ ਦਾ ਬਿੱਲ ਪਾਸ ਕੀਤਾ ਗਿਆ। ਇੱਕ ਦੇਸ਼ ਦੇ ਵਿੱਚ ਵਿਦੇਸ਼ੀਆਂ ਨੇ ਦੂਸਰੇ ਵਿਦੇਸ਼ੀਆਂ ਦੇ ਹੱਥਾਂ ਦੇ ਵਿੱਚ ਜਿਹੜੀ ਹੈ ਇਸ ਦੇਸ਼ ਦੀ ਸੱਤਾ ਸੌਂਪ ਦਿੱਤੀ। ਇਸ ਦੇਸ਼ ਦੀ ਸੱਤਾ ਸੌਂਪਣ ਤੋਂ ਬਾਅਦ ਵੀ 15 ਅਗਸਤ 1947 ਦੇ ਵਿੱਚ ਜਿਹੜੀ ਸੱਤਾ ਸੌਂਪੀ ਸੀ ਉਹ ਕਿੱਦਾਂ ਅੱਜ ਵੀ ਉਹਨਾਂ ਦੀ ਸੱਤਾ ਇਸ ਦੇਸ਼ ਦੇ ਉੱਤੇ ਕਾਬਜ਼ ਹੈ। ਮੈਂ ਤੁਹਾਡੇ ਨਾਲ ਇੱਕ ਡਾਟਾ ਸਾਂਝਾ ਕਰਨਾ ਚਾਹੁੰਦਾ। ਜਿੱਦਣ ਇਸ ਦੇਸ਼ ਦੇ ਅੰਦਰ ਮੋਹਨਦਾਸ ਕਰਮਚੰਦ ਗਾਂਧੀ ਭਾਰਤ ਦੇਸ਼ ਦੀ ਝੂਠੀ ਆਜ਼ਾਦੀ, ਅਖੌਤੀ ਆਜ਼ਾਦੀ ਤੁਹਾਡੇ ਸਮਾਜ ਦੇ ਵਿੱਚ ਪੈਦਾ ਹੋਏ, ਭਗਤ ਸਿੰਘ ਦੀ ਕੁਰਬਾਨੀ ਲੈ ਕੇ ਝੂਠੀ ਆਜ਼ਾਦੀ ਪ੍ਰਾਪਤ ਕਰਨ ਵਾਲਾ ਜਿਹੜਾ ਗਾਂਧੀ ਹੈ ਉਹ 15 ਅਗਸਤ 1947 ਨੂੰ ਝੂਠੀ ਆਜ਼ਾਦੀ ਲੈਂਦਾ ਹੈ। ਔਰ ਇਸ ਦੇਸ਼ ਦੀ 37 ਕਰੋੜ ਦੀ ਜਨਸੰਖਿਆ ਦੇ ਉਸ ਵੇਲੇ ਭਾਰਤ ਦੀ 137 ਕਰੋੜ ਦੀ ਜਨਸੰਖਿਆ ਸੀ ਤੇ ਦੇਸ਼ ਦੇ ਅੰਦਰ 15 ਕਰੋੜ
ਉਸ ਵੇਲੇ ਲੋਕ ਜਿਹੜੇ ਭੁੱਖਮਰੀ ਦੇ ਸ਼ਿਕਾਰ ਸੀ, ਦੇਸ਼ ਆਜ਼ਾਦ ਹੋ ਗਿਆ ਹੈ। ਭੁੱਖਮਰੀ ਘਟਣੀ ਚਾਹੀਦੀ ਸੀ। ਇਹਨਾਂ ਦੇ ਮੁਤਾਬਕ ਇਸ ਦੇਸ਼ ਦੇ ਅੰਦਰ ਲੋਕਤੰਤਰ ਵੀ ਲਾਗੂ ਹੋ ਗਿਆ ਹੈ ਤੇ ਭੁੱਖਮਰੀ ਘਟਣੀ ਚਾਹੀਦੀ ਸੀ, ਪਰ ਭੁੱਖਮਰੀ ਘਟੀ ਨਹੀਂ। ਨੈਸ਼ਨਲ ਸਿੰਪਲ ਸਰਵੇ ਦੀ ਰਿਪੋਰਟ ਹੈ ਕਿ ਅੱਜ ਦੇਸ਼ ਦੀ 120 ਕਰੋੜ ਦੀ ਜਨਸੰਖਿਆ ਹੈ। 120 ਕਰੋੜ ਦੀ ਜਨਸੰਖਿਆ ਦੇ ਵਿੱਚ ਅੱਜ 27 ਕਰੋੜ ਲੋਕ ਭੁੱਖਮਰੀ ਦੇ ਸ਼ਿਕਾਰ ਨੇ। 3 ਦਿਨਾਂ ਦੇ ਵਿੱਚ ਸਿਰਫ ਇੱਕ ਵਾਰੀ ਖਾਣਾ ਉਹਨਾਂ ਨੂੰ ਨਸੀਬ ਹੁੰਦਾ ਤੇ 83 ਕਰੋੜ ਲੋਕ ਅੱਜ ਇਸ ਦੇਸ਼ ਦੇ ਅੰਦਰ 6 ਰੁਪਏ ਤੋਂ ਲੈ ਕੇ ਸਿਰਫ 20 ਰੁਪਏ ਦੀ ਇਨਕਮ ਦੇ ਨਾਲ ਡੇਲੀ ਬੇਗ ਨਾਲ ਜੀ ਰਹੇ ਨੇ। ਜੇ 6 ਰੁਪਏ ਤੋਂ ਲੈ ਕੇ 20 ਰੁਪਏ ਇੱਕ ਇਨਸਾਨ ਕਮਾਉਂਦਾ, ਨਾ ਉਹ ਆਪਣੇ ਬੱਚਿਆਂ ਦੀ ਰੋਟੀ ਦਾ ਪ੍ਰਬੰਧ ਕਰ ਸਕਦਾ, ਨਾ ਚੰਗੇ ਖਾਣ ਪੀਣ ਦਾ ਪ੍ਰਬੰਧ ਕਰ ਸਕਦਾ। ਤੇ ਜਿਹੜੀ ਲੜਾਈ ਬਾਬਾ ਸਾਹਿਬ ਅੰਬੇਡਕਰ ਨੇ ਤੁਹਾਡੇ ਸਮਾਜ ਦੇ ਵਾਸਤੇ ਸੈਲਫ ਰਿਸਪੈਕਟ ਦੀ ਮੂਵਮੈਂਟ ਦੇ ਲਈ ਲੜਾਈ ਲੜੀ ਹੋਵੇ, ਇਸ ਦੇਸ਼ ਦੇ ਵਿੱਚ ਸੱਤਾ ਦੀ ਲੜਾਈ ਨਹੀਂ, ਇਸ ਦੇਸ਼ ਦੇ ਵਿੱਚ ਵਿਵਸਥਾ ਪਰਿਵਰਤਨ ਦੀ ਲੜਾਈ ਲੜੀ ਹੈ, ਇਸ ਦੇਸ਼ ਦੇ ਵਿੱਚ ਸਮਾਜਿਕ ਪਰਿਵਰਤਨ ਦੀ ਲੜਾਈ ਲੜੀ ਹੈ, ਪਰ ਉਹ ਸਾਰੀ ਦੀ ਸਾਰੀ ਅੱਜ ਤੱਕ ਅਧੂਰੀ ਪਈ ਹੈ। ਔਰ ਦੇਸ਼ ਦੇ ਅੰਦਰ ਦੇਸ਼ ਦੇ ਲੋਕ 15 ਕਰੋੜ ਜਿਸ ਸਮਾਜ ਦੀਆਂ ਘਾਹ ਖੋਤ ਕੇ ਜੀਵਨ ਬਸਰ ਕਰਦੀਆਂ ਹੋਣ ਤੇ ਘਾਹ ਖੋਤਣ ਵਾਲੀ ਔਰਤ ਦਾ ਕੋਈ ਸਨਮਾਨ ਨਹੀਂ ਕਰਦਾ ਹੈ। ਜਦੋਂ ਵੱਟਾਂ ਬੰਨਿਆ ਤੇ ਔਰਤ ਲੰਘਦੀ ਹੈ ਤੇ ਉਹਨੂੰ ਗਾਲਾਂ ਦੀਆਂ ਬਸ਼ਾਰਾਂ ਦਾ ਸਾਹਮਣਾ ਕਰਨਾ ਪੈਂਦਾ। ਜੇ ਜਿਸ ਦੇਸ਼ ਦੀ 15 ਕਰੋੜ ਔਰਤ ਅੱਜ ਘਾਹ ਖੋਤ ਕੇ ਪੇਟ ਪਾਲਦੀ ਹੋਵੇ, ਔਰ ਜਿਸ ਦੇਸ਼ ਦੇ ਅੰਦਰ 5 ਕਰੋੜ ਔਰਤਾਂ ਅੱਜ ਪੇਟ ਵੇਚ ਕੇ ਆਪਣੇ ਆਪ ਘਰ ਪਾਲਦੀਆਂ ਹੋਣ, ਔਰ ਜਿਸ ਦੇਸ਼ ਦੇ ਅੰਦਰ 4 ਕਰੋੜ ਬੱਚੇ ਜਿਹੜੇ ਅੱਜ ਟੀਵੀ ਦਾ ਸ਼ਿਕਾਰ ਹੋਣ, ਤੇ ਉਸ ਦੇਸ਼ ਦੀ ਹਾਲਾਤ ਤੁਸੀਂ ਕਿਸ ਤਰ੍ਹਾਂ ਦੇ ਦੇਖੋਗੇ। ਇਹ ਦੇਸ਼ ਤਰੱਕੀ ਕਰ ਰਿਹਾ ਹੈ, ਇੰਡੀਆ ਸ਼ਾਈਨ ਹੋ ਰਿਹਾ ਹੈ, ਪਰ ਇੰਡੀਆ ਦੇ ਵਿੱਚ ਇਸ ਦੇਸ਼ ਦੇ ਵਿੱਚ ਕੁਝ ਘਰਾਣੇ ਨੇ ਜਿਹੜੇ ਸ਼ਾਈਨ ਹੋ ਰਹੇ ਨੇ, ਜਿਹੜੇ ਤਰੱਕੀ ਕਰ ਰਹੇ ਨੇ, ਪਰ ਇਹ ਦੇਸ਼ ਗਰਕ ਰਿਹਾ ਹੈ। ਇਸ ਦੇਸ਼ ਦੇ ਲੋਕ ਗਰਕ ਰਹੇ ਨੇ, ਜਿਹੜੇ ਮੇਰੇ ਸਮਾਜ ਦੇ ਅੰਦਰ ਮੇਰੇ ਸਮਾਜ ਦੇ ਚਿੰਤਨ ਕਰਨ ਵਾਲੇ ਲੋਕ ਨੇ। ਉਹਨਾਂ ਦੇ ਧਿਆਨ 'ਚ ਇੱਕ ਗੱਲ ਕਰਨਾ ਚਾਹੁੰਦਾ ਕਿ ਜਿਹੜੇ ਇਸ ਦੇਸ਼ ਦੇ ਵਿੱਚ ਸੰਵਿਧਾਨ ਦੇ ਵਿਰੋਧ ਦੇ ਵਿੱਚ ਕੰਮ ਕਰਦੇ ਨੇ, ਉਹ ਇਸ ਦੇਸ਼ ਦੀ RSS ਨੂੰ ਚਲਾਉਣ ਵਾਲੇ, ਇਸ ਦੇਸ਼ ਦੀਆਂ ਸਰਕਾਰਾਂ ਨੂੰ ਚਲਾਉਣ ਵਾਲੇ, ਅੱਜ ਇਸ ਦੇਸ਼ ਦੇ ਅੰਦਰ RSS ਵਰਗੀ ਜਥੇਬੰਦੀ ਪੈਦਾ ਕਰਕੇ 10,000 ਹੋਲ ਟਾਈਮਰ ਉਹਨਾਂ ਦੇ PhD ਨੇ, ਔਰ ਉਹ ਸਮਾਜ ਨੂੰ ਗੁਲਾਮ ਕਿਵੇਂ ਕਰਨਾ ਇਹਦੇ ਉੱਤੇ ਲਗਾਤਾਰ ਚਿੰਤਨ ਕਰਨ ਦਾ ਕੰਮ ਕਰਦੇ ਨੇ। ਤੇ ਉਹਨਾਂ ਉੱਚ ਜਾਤੀ ਦੇ ਲੋਕਾਂ ਦਾ ਇਸ ਦੇਸ਼ ਦੇ ਅੰਦਰ ਬਰਸਚਿਬ ਰਹਿਣਾ ਚਾਹੀਦਾ ਹੈ। ਇੱਕ ਘਰ ਦੇ ਵਿੱਚੋਂ ਇੱਕ ਬੱਚਾ ਦਾਨ ਲੈ ਕੇ ਆਪਣੀਆਂ ਸੁੰਦਰ ਜਿਹੜੀਆਂ ਬੱਚੀਆਂ ਉਹ ਸੰਘ ਨੂੰ ਦਾਨ ਕਰਕੇ ਇਸ ਦੇਸ਼ ਨੂੰ ਗੁਲਾਮ ਕਰਦੀਆਂ, ਔਰ ਗੁਲਾਮ ਕਰਨ ਤੋਂ ਬਾਅਦ ਉਹ ਪੋਲੀਟੀਕਲ ਸਟਰਕਚਰ ਦੇ ਵਿੱਚ ਆ ਕੇ ਵੀ ਇੱਕ ਬਿਆਨ ਦਿੰਦੀਆਂ। ਬਿਆਨ ਕੀ ਦਿੰਦੀਆਂ ਕਿ ਭਾਰਤ ਦਾ ਸੰਵਿਧਾਨ ਹੀ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜਾ ਇਸ ਦੇਸ਼ ਦੇ ਬਹੁਜਨ ਸਮਾਜ ਨੂੰ ਸਾਡੇ ਸਿਰ ਤੇ ਬਿਠਾਉਣ ਦਾ ਕੰਮ ਕਰਦਾ, ਨਹੀਂ ਤਾਂ ਇਹਨਾਂ ਦੀ ਕੋਈ ਔਕਾਤ ਨਹੀਂ ਸੀ ਕਿ ਇਹ ਸਾਡੇ ਬਰਾਬਰ ਬੈਠ ਕੇ ਗੱਲ ਕਰ ਸਕਦੇ। ਔਰ ਇਸ ਤਰ੍ਹਾਂ ਦਾ ਪ੍ਰਬੰਧ ਅੱਜ ਵੀ ਭਾਰਤ ਦੇ ਵਿੱਚ, ਭਾਰਤ ਦਾ ਸੰਵਿਧਾਨ ਲਿਖਣ ਤੋਂ ਬਾਅਦ, ਕੁਰਬਾਨੀਆਂ ਹੋਣ ਤੋਂ ਬਾਅਦ ਵੀ ਲਾਗੂ ਹੋਵੇ। ਔਰ ਤੁਸੀਂ 85% ਦਾ ਰੌਲਾ ਪਾਉਣ ਵਾਲੇ ਮੇਰੇ ਮੂਲ ਨਿਵਾਸੀ ਬਹੁਜਨ ਸਮਾਜ ਦੇ ਲੋਕੋ, ਕੋਈ 85 ਬੰਦੇ ਦਿਖਾ ਲਓ ਜਿਨ੍ਹਾਂ ਨੇ ਘਰ ਛੱਡਿਆ ਹੋਵੇ, ਜਿਨ੍ਹਾਂ ਨੇ ਪਰਿਵਾਰ ਛੱਡਿਆ ਹੋਵੇ, ਔਰ ਜਿਨ੍ਹਾਂ ਨੇ ਸੰਕਲਪ ਲਿਆ ਹੋਵੇ, ਐ ਮੇਰੇ ਸਮਾਜ ਦੇ ਲੋਕੋ, ਐ ਬਾਬਾ ਸਾਹਿਬ ਅੰਬੇਡਕਰ, ਤੁਸੀਂ ਸਾਡੇ ਉੱਤੇ ਇੱਕ ਕੁਰਬਾਨੀ ਕੀਤੀ ਹੈ, ਤੁਸੀਂ ਸਾਡੇ ਉੱਤੇ ਇੱਕ ਸੰਦੇਸ਼ ਦਿੱਤਾ ਸੀ ਕਿ ਮੇਰੇ ਜਾ ਕੇ ਸਮਾਜ ਦੇ ਲੋਕੋ ਆਪਣੀਆਂ ਝੁੱਗੀਆਂ ਤੇ ਦੀਵਾਰਾਂ ਦੇ ਲਿਖ ਲਓ, ਤੁਸੀਂ ਇਸ ਦੇਸ਼ ਦੇ ਹੁਕਮਰਾਨ ਬਣਨਾ ਹੈ। ਹੁਕਮਰਾਨ ਬਣਾਉਣ ਦੇ ਲਈ 85% ਸਮਾਜ ਦੇ ਵਿੱਚੋਂ 85 ਬੰਦਿਆਂ ਵੀ ਲੱਭਿਆ ਨਹੀਂ ਲੱਭਦੇ, ਤਾਂ ਫਿਰ ਮੈਨੂੰ ਲੱਗਦਾ ਕਿ ਗੌਤਮ ਬੁੱਧ ਤੋਂ ਜਿਹੜੀ ਲੜਾਈ ਸ਼ੁਰੂ ਹੋਈ ਸੀ, ਗੌਤਮ ਬੁੱਧ ਤੋਂ ਬਾਅਦ ਬਾਬਾ ਸਾਹਿਬ ਅੰਬੇਡਕਰ ਨੇ ਜਿਹੜੀ ਲੜਾਈ ਲੜੀ ਹੈ, ਉਹ ਮੇਰੇ ਸਮਾਜ ਦੇ ਵਿੱਚ ਜਾਇਆ ਹੀ ਨਜ਼ਰ ਜਾਂਦੀ ਲੱਗਦੀ ਹੈ। ਸਮਾਜ ਦੇ ਵਿੱਚ ਨੇਤਰਤਵ ਕਰਨ ਵਾਲੇ ਲੋਕ, ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਨ ਮਨਾਉਣ ਵਾਲੇ ਲੋਕ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਨ ਮਨਾਉਣ ਵਾਲੇ ਲੋਕ, ਇੱਕ ਮੈਂ ਛੋਟੀ ਜਿਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਉਹ ਕਹਾਣੀ ਕੀ ਹੈ ਕਿ ਇੱਕ ਵਾਰੀ ਇੱਕ ਟ੍ਰੇਨ ਦੇ ਵਿੱਚ ਇੱਕ ਵਿਅਕਤੀ ਸਫ਼ਰ ਕਰ ਰਿਹਾ ਸੀ ਜਿਹਦਾ ਨਾਮ ਮੁੱਲਾ ਨਸਰੂਦੀਨ ਸੀ। ਉਸ ਮੁੱਲਾ ਨਸਰੂਦੀਨ ਨੇ ਜਦੋਂ ਸਫ਼ਰ ਸ਼ੁਰੂ ਕੀਤਾ ਤਾਂ ਟ੍ਰੇਨ ਦੇ ਵਿੱਚ ਚੈਕਰ ਆਇਆ। ਚੈਕਰ ਨੇ ਜਦੋਂ ਟਿਕਟਾਂ ਚੈੱਕ ਕਰਨੀਆਂ ਸ਼ੁਰੂ ਕੀਤੀਆਂ ਤਾਂ ਮੁੱਲਾ ਨਸਰੂਦੀਨ ਨੇ ਆਪਣੀ ਫਟਾਫਟ ਜੇਬੀ 'ਚ ਹੱਥ ਪਾਇਆ, ਕਦੀ ਸੱਜੀ ਜੇਬੀ ਤੇ ਕਦੀ ਖੱਬੀ ਜੇਬੀ, ਅਲੱਗ-ਅਲੱਗ ਜੇਬੀਆਂ ਜਿਹੜੀਆਂ ਆਪਣੀਆਂ ਫਰੋਲਦਾ ਰਿਹਾ। ਟਿਕਟ ਚੈਕਰ ਦੇ ਧਿਆਨ 'ਚ ਆ ਗਿਆ। ਉਹਨੇ ਕਿਹਾ ਕਿ ਮੈਨੂੰ ਬਜ਼ੁਰਗੋ ਤੁਸੀਂ ਇਮਾਨਦਾਰ ਲੱਗਦੇ ਹੋ, ਤੁਹਾਨੂੰ ਟਿਕਟ ਦਿਖਾਉਣ ਦੀ ਲੋੜ ਨਹੀਂ, ਮੈਂ ਤੁਹਾਡੀ ਟਿਕਟ ਛੱਡ ਰਿਹਾ, ਤੁਸੀਂ ਟਿਕਟ ਨਾ ਵਿਖਾਓ। ਇਸੇ ਤਰ੍ਹਾਂ ਕਰਦਾ ਉਹ ਅੱਗੇ ਚਲੇ ਗਿਆ। ਪਰ ਜਦੋਂ ਵਾਪਸੀ ਕੀਤੀ ਤਾਂ ਮੁੱਲਾ ਨਸਰੂਦੀਨ ਫਿਰ ਆਪਣੀ ਟਿਕਟ ਦੀ ਤਲਾਸ਼ ਕਰ ਰਿਹਾ ਸੀ। ਉਹਨੇ ਆਪਣੇ ਟਰੰਕ ਦੇ ਵਿੱਚੋਂ ਕੱਲਾ ਕੱਪੜਾ ਚੱਕ ਕੇ ਬਾਹਰ ਮਾਰਿਆ ਔਰ ਟਿਕਟ ਦੀ ਤਲਾਸ਼ ਕਰ ਰਿਹਾ ਸੀ। ਟੀਸੀ ਨੂੰ ਗੁੱਸਾ ਆਇਆ। ਉਹ ਕਹਿੰਦਾ ਕਿ ਕਿਸ ਤਰ੍ਹਾਂ ਦਾ ਤੂੰ ਇਨਸਾਨ ਹੈ, ਮੈਂ ਤੈਨੂੰ ਬਜ਼ੁਰਗ ਕਰਕੇ ਛੱਡ ਦਿੱਤਾ, ਮੈਂ ਤੇਰੀ ਟਿਕਟ ਨਹੀਂ ਚੈੱਕ ਕਰਨੀ, ਪਰ ਤੂੰ ਅਜੇ ਵੀ ਟਿਕਟ ਲੱਭ ਰਿਹਾ ਹੈ।
ਤਾਂ ਮੁੱਲਾ ਨਸਰੂਦੀਨ ਉੱਠ ਕੇ ਖੜਾ ਹੋਇਆ ਹੈ। ਉਹਨੇ ਜਵਾਬ ਦਿੱਤਾ, ਉਹ ਕਹਿੰਦਾ ਕੌਣ ਕਮ ਵਕਤ ਕਹਿ ਰਿਹਾ ਹੈ ਕਿ ਮੈਂ ਟਿਕਟ ਦੀ ਤਲਾਸ਼ ਤਾਂ ਕਰ ਰਿਹਾ ਕਿਉਂਕਿ ਤੂੰ ਚੈੱਕ ਕਰਨੀ ਹੈ। ਮੈਂ ਤਾਂ ਟਿਕਟ ਦੀ ਤਲਾਸ਼ ਤਾਂ ਕਰ ਰਿਹਾ ਕਿਉਂਕਿ ਉਸ ਟਿਕਟ ਦੇ ਉੱਤੇ ਹੀ ਲਿਖਿਆ ਹੈ ਕਿ ਮੈਂ ਜਾਣਾ ਕਿੱਥੇ ਹੈ। ਜਦੋਂ ਟਿਕਟ ਕਟਾਈ ਦੀ ਹੈ ਰੇਲਵੇ ਦੀ, ਜਿੱਥੋਂ ਚੜੀਏ ਤੇ ਜਿੱਥੇ ਤੱਕ ਜਾਈਏ ਉਹਦੇ ਉੱਤੇ ਲਿਖਿਆ ਹੁੰਦਾ ਇੱਥੋਂ ਟਿਕਟ ਕੱਟੀ ਆ ਤੇ ਇੱਥੇ ਤੱਕ ਜਾਣਾ। ਜਿਹੜਾ ਸਮਾਜ ਬਾਬਾ ਸਾਹਿਬ ਅੰਬੇਡਕਰ ਦੇ ਅੱਜ 125ਵੇਂ ਜਨਮ ਦਿਨ ਮਨਾ ਰਿਹਾ ਹੈ, ਜਿਸ ਸਮਾਜ ਨੂੰ ਇਸ ਦੇਸ਼ ਦੇ ਵਿੱਚ ਹੁਕਮਰਾਨ ਬਣਾਉਣ ਦੇ ਵਾਸਤੇ ਸਾਡੇ ਮਹਾਪੁਰਸ਼ਾਂ ਦੇ ਸਾਨੂੰ ਨਾਂ ਤੱਕ ਨਾ ਪਤਾ ਹੋਣ, ਅੱਜ ਉਸ ਸਮਾਜ ਨੂੰ ਜਾਣਕਾਰੀ ਨਹੀਂ ਕਿ ਅਸੀਂ ਜਾਣਾ ਕਿੱਥੇ ਹੈ। ਜੇ ਅਸੀਂ ਸਿਰਫ ਤੇ ਸਿਰਫ ਬਾਬਾ ਸਾਹਿਬ ਅੰਬੇਡਕਰ ਦੀ ਜੈ ਜੈਕਾਰ ਕਰਦੇ ਰਹੇ, ਸ਼ਰਲੋਗਲਾਂ ਦੇ ਨਾਲ ਇਹ ਪੰਡਾਲ ਭਰਿਆ ਪਿਆ ਹੈ। ਬਾਬਾ ਸਾਹਿਬ ਅੰਬੇਡਕਰ 18 ਮਾਰਚ 1956 ਨੂੰ ਦਿੱਲੀ ਦੇ ਲਾਲ ਕਿਲੇ ਦੇ ਸਾਹਮਣੇ ਖੜੇ ਹੋਏ ਔਰ ਹਜ਼ਾਰਾਂ ਲੋਕਾਂ ਦੇ ਇਕੱਠ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਨੇ ਖੜਿਆ ਹੋ ਕੇ ਪੁੱਬਾਂ ਮਾਰ ਕੇ ਬਾਬਾ ਸਾਹਿਬ ਅੰਬੇਡਕਰ ਰੋਏ। ਬਾਬਾ ਸਾਹਿਬ ਅੰਬੇਡਕਰ ਨੇ ਰੋਂਦਿਆਂ ਹੋਇਆਂ ਜਦੋਂ ਗੱਲ ਸ਼ੁਰੂ ਨਹੀਂ ਕੀਤੀ ਤਾਂ ਉਹਨਾਂ ਦੇ ਪੈਰੋਕਾਰਾਂ ਨੇ ਬਾਬਾ ਸਾਹਿਬ ਅੰਬੇਡਕਰ ਨੂੰ ਚੁੱਪ ਕਰਾਇਆ। ਚੁੱਪ ਕਰਾਉਣ ਤੋਂ ਬਾਅਦ ਮਾਈਕ ਤੇ ਬਾਬਾ ਸਾਹਿਬ ਅੰਬੇਡਕਰ ਆ ਕੇ ਪਹਿਲਾ ਸ਼ਬਦ ਬੋਲਦੇ ਨੇ ਕਿ ਜਿਨ੍ਹਾਂ ਲੋਕਾਂ ਨੂੰ ਮੈਂ ਉਂਗਲੀ ਫੜ ਕੇ ਸਿਖਾਇਆ, ਉਹਨਾਂ ਲੋਕਾਂ ਦੀ ਮੇਰੇ ਜਾਣ ਤੋਂ ਬਾਅਦ ਕੋਈ ਬਾਹ ਫੜਨ ਵਾਲਾ ਮੈਨੂੰ ਦਿਖਾਈ ਨਹੀਂ ਦਿੰਦਾ ਹੈ। ਔਰ ਨਾਲ ਜਿਹੜੀ 25 ਪੈਸੇ ਦੀ ਫੋਟੋ ਕਾਪੀ ਦੇ ਉੱਤੋਂ ਸ਼ਡਿਊਲਡ ਕਾਸਟ, ਸ਼ਡਿਊਲਡ ਟ੍ਰਾਈਬ, ਬੈਕਵਰਡ ਜਾਤੀ ਦੇ ਵਿੱਚ ਜਿਹੜੇ ਨੌਕਰੀ ਪੇਸ਼ੇ ਵਾਲੇ ਬਾਬੂਆਂ ਦੀ ਭੀੜ ਜਿਹੜੀ ਇਕੱਠੀ ਹੋਈ ਹੈ ਔਰ ਬਾਬਾ ਸਾਹਿਬ ਅੰਬੇਡਕਰ ਨੇ ਉਹਨਾਂ ਨੂੰ ਕਿਹਾ 18 ਮਾਰਚ 1956 ਨੂੰ ਕਿ ਮੈਨੂੰ ਮੇਰੇ ਸਮਾਜ ਦੇ ਪੜ੍ਹੇ ਲਿਖੇ ਲੋਕਾਂ ਨੇ ਧੋਖਾ ਦਿੱਤਾ ਹੈ। ਜਿੱਥੇ ਜਨਰੇਸ਼ਨਾਂ ਦੀ ਲੜਾਈ ਹੋਵੇ, ਉਸ ਸਮਾਜ ਨੇ ਸਿਰਫ ਤੇ ਸਿਰਫ ਆਪਣੇ ਘਰਾਂ ਤੱਕ ਲੜਾਈ ਸੀਮਤ ਕਰ ਲਈ ਹੋਵੇ, ਆਪਣੇ ਪੇਟ ਤੱਕ ਲੜਾਈ ਸੀਮਤ ਕਰ ਲਈ ਹੋਵੇ, ਟੀਵੀ ਔਰ ਬੀਵੀ ਦੇ ਵਿੱਚ ਵਿਅਸਤ ਹੋ ਕੇ ਸਮਾਜ ਦਾ ਘਾਣ ਕਰ ਦਿੱਤਾ ਹੋਵੇ। ਜਿਸ ਐਸੀ ਸ਼ਡਿਊਲਡ ਕਾਸਟ ਦੇ ਨਾਂ ਤੇ 25 ਪੈਸੇ ਦੀ ਫੋਟੋ ਕਾਪੀ ਲੈ ਕੇ ਨੌਕਰੀ ਮਿਲੀ ਹੈ, ਉਹਨੇ ਆਪਣੇ ਸਮਾਜ ਦੇ ਕੀ ਬਾਹ ਫੜਨੀ ਸੀ, ਉਹਨੇ ਆਪਣੇ ਮਜ਼ਦੂਰ ਭਰਾ ਦੀ ਵੀ ਬਾਹ ਨਹੀਂ ਫੜੀ। ਔਰ ਐਦੂ ਵੱਡਾ ਅਕਿਰਤ ਘਣ ਸਮਾਜ ਹੋਰ ਕੋਈ ਹੋ ਨਹੀਂ ਸਕਦਾ ਹੈ। ਦੁਨੀਆ ਦੇ ਨਕਸ਼ੇ ਦੇ ਉੱਤੇ ਦੁਨੀਆ ਕਹਿੰਦੀ ਕਿ ਭਾਰਤ ਭੁੱਖਮਰੀ ਤੇ ਪਹਿਲੇ ਨੰਬਰ ਤੇ ਆ ਗਿਆ ਹੈ ਔਰ ਜਿਨ੍ਹਾਂ ਦੇ ਰਹਿਬਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਲਿਖਦੇ ਹੋਣ, ਜਿਨ੍ਹਾਂ ਦੇ ਸਤਿਗੁਰੂ ਕਬੀਰ ਮਹਾਰਾਜ ਜੀ ਕਹਿੰਦੇ ਹੁਣ ਭੁੱਖੇ ਭਗਤ ਨਾ ਕੀਜੇ ਜੇ ਮਾਲਾ ਆਪਣੀ ਲੀਜੇ, ਜਿਨ੍ਹਾਂ ਨੇ ਰੱਬ ਵਰਗੇ ਸਿਸਟਮ ਨੂੰ ਵੀ ਚੈਲੰਜ ਕਰ ਦਿੱਤਾ ਹੋਵੇ, ਉਹ ਰੱਬ ਦੇ ਅੱਗੇ ਕਰਦੇ ਗੱਲ, ਉਹ ਇਸ ਸਿਸਟਮ ਨੂੰ ਚੈਲੰਜ ਕਰਨ ਦੀ ਗੱਲ ਕਰਦੇ ਆ, ਪਹਿਲਾਂ ਪੇਟ ਦਾ ਪ੍ਰਬੰਧ ਕਰ, ਉਸ ਤੋਂ ਬਾਅਦ ਤੇਰੀ ਗੱਲ ਦੇਖਾਂਗੇ ਕਿ ਕੀ ਹੈ। ਔਰ ਜਿਸ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਸੰਤਾਨ ਅੱਜ ਡਿੰਗਾ ਮਾਰਨ ਦਾ ਕੰਮ ਕਰਦੀ ਹੈ, ਉਸ ਗੁਰੂ ਨੇ ਕਿਹਾ ਕਿ ਐਸਾ ਚਾਹੂੰ ਰਾਜ ਮੈਂ ਜहां ਮਿਲੇ सबन को अन्न, ਛੋਟ ਬੜੇ ਸਭ ਸੰਬਸੇ ਰਵਿਦਾਸ ਰਹੇ ਪ੍ਰਸੰਨ। ਤੇ ਅਸੀਂ ਰਵਿਦਾਸ ਪ੍ਰਸੰਨ ਸਿਰਫ ਢੋਲਕੀਆਂ ਛੈਣੇ ਕੁੱਟ ਕੇ ਹੀ ਕਰ ਦਿੱਤਾ ਹੈ। ਸਮਝ ਲਿਆ ਕਿ ਸਾਡੀ ਜ਼ਿੰਮੇਵਾਰੀ ਪੂਰੀ ਹੋ ਗਈ। ਉਹ ਇਸ ਦੇਸ਼ ਦੇ ਅੰਦਰ ਸਮ ਬਸਣ ਦੀ ਗੱਲ ਕਰਦੇ ਸੀ। ਨਾਈ ਚੀਰ ਸ਼ਿੰਬਾ ਲੋਹਾਰ ਤਖਾਣ ਰਾਮਗੜੀਆ ਜੱਟ ਇਸ ਦੇਸ਼ ਦਾ ਮੂਲ ਨਿਵਾਸੀ, ਭਾਰਤ ਦਾ ਸਾਰੇ ਬਰਾਬਰ ਵਸਣੇ ਚਾਹੀਦੇ ਹੈ। ਇਸ ਦੇਸ਼ ਦੇ ਵਿੱਚ ਜਿਹੜਾ ਗਰਵ ਕਰਨ ਵਾਲਾ ਹੈ ਉਹਨੂੰ ਵੀ ਸਾਡੇ ਮਹਾਪੁਰਸ਼ਾਂ ਨੇ ਚੈਲੰਜ ਕਰ ਦਿੱਤਾ ਕਿ ਕਹਿੰਦੇ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਕਾ ਜਾਇਆ ਤਾਂ ਆਨ ਬਾਠ ਕਾਹੇ ਨਹੀਂ ਆਇਆ। ਉਹ ਤੁਹਾਡੇ ਵਾਸਤੇ ਅੰਨ ਦੀ ਵਿਵਸਥਾ ਚਾਹੁੰਦਾ ਸੀ। ਤੁਸੀਂ ਦੇਸ਼ ਦਾ ਭ੍ਰਮਣਤਾ ਕਰਕੇ ਵੇਖੋ, ਇਸ ਦੇਸ਼ ਦੇ ਅੰਦਰ ਲੋਕ ਚੂਹੇ ਖਾ ਖਾ ਆਪਣੇ ਜਿਹੜੀ ਡੰਗ ਵਸਰ ਕਰ ਰਹੇ ਨੇ, ਆਪਣਾ ਜਿਹੜਾ ਪਰਿਵਾਰ ਪੇਟ ਪਾਲ ਰਹੇ ਨੇ। ਇਸ ਦੇਸ਼ ਦੇ ਅੰਦਰ ਤਨ ਢਕਣ ਵਾਸਤੇ ਕੱਪੜਾ ਨਹੀਂ ਮਿਲਿਆ। ਉੜੀਸਾ ਦੀ ਧਰਤੀ ਤੇ ਜਾ ਕੇ ਦੇਖੋ, ਪੰਜਾਬ ਦੇ ਰੱਜੇ ਪੁੱਜੇ ਚਮਾਰਾਂ ਨੂੰ ਮੈਂ ਬਾਲਮੀਕੀਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ, ਪੰਜਾਬ ਤੋਂ ਬਾਹਰ ਨਿਕਲ ਕੇ ਦੇਖੋ, ਜਦੋਂ ਸਮਾਜ ਦੇ ਵਿੱਚ ਘੁੰਮਦੇ ਆ, ਜਿਸ ਸਮਾਜ ਦੇ ਵਿੱਚ ਕੋਈ ਬਹੂ ਬੇਟੀ ਦਾ ਸਤਿਕਾਰ ਨਾ ਹੋਵੇ, ਉਸ ਸਮਾਜ ਦਾ ਵੀ ਕੋਈ ਸਤਿਕਾਰ ਨਹੀਂ ਹੁੰਦਾ। ਕਿਉਂਕਿ ਇੱਜ਼ਤ ਭੈਣ ਦੇ ਕੋਲ ਹੁੰਦੀ ਹੈ, ਜੇ ਭੈਣ ਦੀ ਇੱਜ਼ਤ ਨਾ ਹੋਵੇ ਤਾਂ ਭਰਾ ਦੀ ਇੱਜ਼ਤ ਜਿਹੜੀ ਆ, ਪੱਗ ਜਿਹੜੀ ਉਹ ਮਿੱਟੀ 'ਚ ਰੁਲ ਜਾਂਦੀ ਹੈ। ਜੇ ਧੀ ਦੀ ਇੱਜ਼ਤ ਨਾ ਹੋਵੇ ਤਾਂ ਬਾਪ ਦੀ ਵੀ ਜਿਹੜੀ ਇੱਜ਼ਤ ਉਹਦੇ ਕੋਲ ਨਹੀਂ ਰਹਿੰਦੀ। ਇਸ ਦੇਸ਼ ਦੇ ਅੰਦਰ ਤੁਹਾਡੇ ਸਰਪੰਚ ਬਣਨ ਤੇ ਉਹਨਾਂ ਦੇ ਮੂੰਹਾਂ ਦੇ ਅੱਗੇ ਜਿਹੜਾ ਗੋਹਾ ਮਲ ਕੇ ਉਹਨੂੰ ਜੇ ਨੰਗਿਆ ਕਰਕੇ ਘਮਾਇਆ ਜਾਵੇ, ਇਹਦਾ ਮਤਲਬ ਸਾਡੇ ਸਮਾਜ ਦੀ ਕੋਈ ਇੱਜ਼ਤ ਨਹੀਂ ਸਮਝਦਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬ੍ਰਾਹਮਣਾਂ ਦੀ ਬਾਣੀ ਦਰਜ ਹੈ, ਅਸੀਂ ਉਹਨੂੰ ਸਤਿਕਾਰ ਦਿੰਦੇ ਹਾਂ। ਪਰ ਜਿਹੜਾ ਵਿਅਕਤੀ ਇਸ ਦੇਸ਼ ਦੇ ਅੰਦਰ ਸਮਤਾ ਸਮਾਨਤਾ ਭਾਈਚਾਰਾ ਨਿਆਂ ਦੀ ਗੱਲ ਨਹੀਂ ਕਰੇਗਾ, ਸਾਡਾ ਨੇਤਰਤਵ ਕਰਕੇ ਵੀ ਇਸ ਦੇਸ਼ ਦੇ ਵਿੱਚ ਹਿੰਦੂਵਾਦ ਨੂੰ ਪ੍ਰਮੋਟ ਕਰੇਗਾ, ਅਸੀਂ ਉਹਦਾ ਨੇਤਰਤਵ ਕਬੂਲ ਕਰਨ ਦੇ ਲਈ ਤਿਆਰ ਨਹੀਂ। ਬਾਬਾ ਸਾਹਿਬ ਅੰਬੇਡਕਰ ਨੇ ਜਦੋਂ ਇਹ ਰੋ ਰੋ ਕੇ ਗੱਲ ਕਹੀ ਸੀ, ਉਸ ਵੇਲੇ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਕਿ ਮੈਨੂੰ ਕੋਈ ਦਿਖਾਈ ਨਹੀਂ ਦਿੰਦਾ, ਪਰ ਪੰਜਾਬ ਦੀ ਧਰਤੀ ਤੇ ਇੱਕ ਕਾਂਸ਼ੀ ਰਾਮ ਜਾਪ ਸਾਹਿਬ ਪੈਦਾ ਹੋਏ ਨੇ, ਜਿਨ੍ਹਾਂ ਨੇ ਕਸਮ ਖਾਧੀ
ਕਿ ਮੈਂ ਘਰ ਨਹੀਂ ਬਣਾਵਾਂਗਾ, ਮੈਂ ਆਪਣਾ ਵਿਆਹ ਨਹੀਂ ਕਰਾਵਾਂਗਾ, ਮੈਂ ਸਮਾਜ ਦੇ ਵਾਸਤੇ ਕੰਮ ਕਰਨ ਦੇ ਲਈ ਆਪਣੀ ਜ਼ਿੰਦਗੀ ਲਾਵਾਂਗਾ। ਪਰ ਉਹਨਾਂ ਦੀ ਜ਼ਿੰਦਗੀ ਵੀ ਸਾਨੂੰ ਅੱਜ ਦਿਖਾਈ ਦਿੰਦੀ ਹੈ ਕਿ ਜਾਇਆ ਹੀ ਜਾ ਰਹੀ ਹੈ। ਨਾ ਬਹੁਜਨ ਸਮਾਜ ਬਣ ਸਕਿਆ ਹੈ, ਨਾ ਇਸ ਦੇਸ਼ ਦੇ ਅੰਦਰ ਕੋਈ ਮੀਡੀਆ ਸਾਡਾ ਪੈਦਾ ਹੋ ਸਕਿਆ ਹੈ। ਮੇਰੇ ਵੀਰ ਜੀ, ਵੱਡੇ ਵੀਰ ਜੀ ਯਾਦਵ ਜੀ ਬੈਠੇ ਨੇ, ਜਿਹੜੇ ਮੀਡੀਆ ਦੇ ਮਾਧਿਅਮ ਤੋਂ ਸਮਾਜ ਦੇ ਵਿੱਚ ਗੱਲ ਕਰਨ ਦੀ ਜਿਗਰਾ ਕਰਦੇ ਨੇ। ਪਰ ਅੱਜ ਇਸ ਦੇਸ਼ ਦਾ ਜਿਹੜਾ ਲੋਕਤੰਤਰ ਹੈ, ਉਸ ਲੋਕਤੰਤਰ ਦੇ 4 ਪਿੱਲਰ ਨੇ। 4 ਪਿੱਲਰਾਂ ਦੇ ਉੱਤੇ ਇਸ ਦੇਸ਼ ਦੀ ਨਿਆਂਪਾਲਿਕਾ ਦੇ ਉੱਤੇ, ਜਿਹੜੀ ਨਿਆਂ ਕਰਨ ਦਾ ਕੰਮ ਨਹੀਂ ਕਰਦੀ, ਬਦਮਾਸ਼ੀ ਕਰਨ ਦਾ ਕੰਮ ਕਰਦੀ ਹੈ। ਇਸ ਦੇਸ਼ ਦੇ ਅੰਦਰ ਜਿਹੜੇ ਜੱਜ ਨੇ ਉਹ ਭ੍ਰਸ਼ਟ ਨੇ। ਮੈਂ ਇਥੋਂ ਮਾਈਕ ਤੋਂ ਕਹਿ ਰਿਹਾ, ਮੇਰੇ ਕੋਲ ਫੈਸਲੇ ਆ ਕਿੱਦਾਂ ਕਿੱਦਾਂ ਉਹਨਾਂ ਨੇ ਸਾਡੇ ਸਮਾਜ ਦੇ ਅੰਗੇਸ ਦਿੱਤੇ ਨੇ। ਇਸ ਦੇਸ਼ ਦੀ ਨਿਆਂਪਾਲਿਕਾ ਦੇ ਵਿੱਚ ਤੁਹਾਡੇ ਵਾਸਤੇ, ਤੁਹਾਡੇ ਕੋਲ ਨਿਆਂ ਨਹੀਂ ਤੁਹਾਨੂੰ ਦੇਣ ਵਾਲੀ। ਇਸ ਦੇਸ਼ ਦੀ ਵਿਧਾਨ ਪਾਲਿਕਾ ਦੇ ਵਿੱਚ ਤੁਹਾਡਾ ਕੋਈ ਉੱਥੇ ਵਾਲੀ ਵਾਰਸ ਨਹੀਂ। ਇਸ ਦੇਸ਼ ਦੀ ਕਾਰਜਪਾਲਿਕਾ, ਇਸ ਦੇਸ਼ ਦੇ ਵਿੱਚ ਨੌਕਰੀ ਪੇਸ਼ੇ ਦੇ ਵਿੱਚ ਅੱਜ ਵੀ ਜਿਹੜੇ 80% ਲੋਕ ਨੇ ਉਹ ਦੂਜੇ ਬੈਠੇ ਨੇ, ਤੁਹਾਡੇ ਸਮਾਜ ਦੇ ਲੋਕ ਨਹੀਂ। ਜੇ ਤੁਹਾਡੇ ਨਹੀਂ ਤਾਂ ਕਿੱਦਾਂ ਕਹਿੰਦੇ ਕਿ ਇਸ ਦੇਸ਼ ਦੇ ਵਿੱਚ ਤੁਹਾਡੇ ਬਾਬਾ ਸਾਹਿਬ ਅੰਬੇਡਕਰ ਨੇ ਤੁਹਾਡੇ ਲਈ ਲੋਕਤੰਤਰ ਪੈਦਾ ਕੀਤਾ ਹੈ। ਇਸ ਲੋਕਤੰਤਰ ਦੀ ਹੱਤਿਆ ਬਾਬਾ ਸਾਹਿਬ ਅੰਬੇਡਕਰ ਤੋਂ ਬਾਅਦ ਇਸ ਦੇਸ਼ ਦੇ ਵਿੱਚ ਵਿਦੇਸ਼ੀ ਆਰੀਅਨਾਂ ਨੇ ਕਰ ਦਿੱਤੀ ਹੈ। ਉਸ ਲੋਕਤੰਤਰ ਦੀ ਹੱਤਿਆ ਨੂੰ ਤੁਸੀਂ ਕਿਵੇਂ ਜੀਵਤ ਕਰ ਸਕਦੇ ਆ? ਬਾਬਾ ਸਾਹਿਬ ਅੰਬੇਡਕਰ ਨੇ ਆਪਣੇ ਇੱਕ ਲਫ਼ਜ਼ ਦੇ ਵਿੱਚ ਤੁਹਾਨੂੰ ਉਹ ਸੰਦੇਸ਼ ਦਿੱਤਾ ਸੀ, ਮੈਂ ਤੁਹਾਡੇ ਅੱਗੇ ਸਾਂਝਾ ਕਰਨਾ ਚਾਹੁੰਦਾ। ਬਾਬਾ ਸਾਹਿਬ ਅੰਬੇਡਕਰ ਨੇ 3 ਗੁਰੂ ਮੰਨੇ ਨੇ, ਤੁਹਾਨੂੰ ਪਤਾ ਹੈ, ਜਿਹਦੇ ਵਿੱਚ ਗੌਤਮ ਬੁੱਧ, ਗੁਰੂ ਕਬੀਰ ਤੇ ਰਾਸ਼ਟਰਪਿਤਾ ਜੋਤੀਬਾ ਫੂਲੇ। ਪਰ ਬਾਬਾ ਸਾਹਿਬ ਅੰਬੇਡਕਰ ਨੇ 3 ਦੇਵਤਿਆਂ ਨੂੰ ਵੀ ਮੰਨਿਆ ਹੈ। ਬਾਬਾ ਸਾਹਿਬ ਅੰਬੇਡਕਰ ਨੇ ਜੋ 3 ਦੇਵਤੇ ਮੰਨੇ ਨੇ, ਉਹਨਾਂ ਦੇ ਵਿੱਚੋਂ ਪਹਿਲਾ ਦੇਵਤਾ ਬਾਬਾ ਸਾਹਿਬ ਅੰਬੇਡਕਰ ਨੇ ਗਿਆਨ ਨੂੰ ਮੰਨਿਆ। ਔਰ ਜਿਹੜੇ ਗਿਆਨ ਦੇ ਉੱਤੇ ਹਜ਼ਾਰਾਂ ਸਾਲਾਂ ਤੋਂ ਇਸ ਦੇਸ਼ ਦੇ ਅੰਦਰ ਜਿਹੜਾ ਜੰਦਰਾ ਮਾਰਿਆ ਹੋਇਆ ਸੀ, ਨਾ ਤੁਸੀਂ ਪੜ੍ਹ ਸਕਦੇ ਸੀ, ਨਾ ਸੁਣ ਸਕਦੇ ਸੀ। ਇਹਨਾਂ ਦੇ ਗ੍ਰੰਥਾਂ ਦੇ ਮੁਤਾਬਕ ਤੁਸੀਂ ਇਸ ਦੇ ਨੇੜੇ ਨਹੀਂ ਜਾ ਸਕਦੇ ਸੀ। ਗਿਆਨ, ਐਜੂਕੇਸ਼ਨ ਤੁਹਾਨੂੰ ਵਿਸ਼ਲੇਸ਼ਣ ਕਰਨ ਦੀ ਸ਼ਮਤਾ ਦਿੰਦਾ ਹੈ। ਗਿਆਨ ਤੁਹਾਨੂੰ ਚੰਗੇ ਔਰ ਮਾੜੇ ਦੀ ਪਰਖ ਕਰਨ ਦੀ ਗੱਲ ਕਰਦਾ। ਗਿਆਨ ਤੁਹਾਨੂੰ ਸੈਕਰੀਫਾਈਸ ਕਰਵਾਉਣ ਦੀ ਵੀ ਗੱਲ ਕਰਦਾ ਔਰ ਕਰਨ ਦੀ ਵੀ ਗੱਲ ਕਰਦਾ ਹੈ। ਬਾਬਾ ਸਾਹਿਬ ਅੰਬੇਡਕਰ ਨੇ ਇੱਕ ਦੇਵਤਾ ਗਿਆਨ ਨੂੰ ਮੰਨਿਆ ਹੈ। ਦੂਸਰਾ ਦੇਵਤਾ ਬਾਬਾ ਸਾਹਿਬ ਅੰਬੇਡਕਰ ਨੇ ਇਸ ਦੇਸ਼ ਦੇ ਅੰਦਰ ਉਹਨਾਂ ਨੇ ਸਦਾਚਾਰ ਨੂੰ ਮੰਨਿਆ, ਸ਼ੀਲ ਨੂੰ ਮੰਨਿਆ, ਜਿਹਨੂੰ ਆਪਾਂ ਕਰੈਕਟਰ ਕਹਿੰਦੇ। ਕੌਲ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਇੱਥੇ 2-2 ਘੰਟੇ ਲੈਕਚਰ ਕਰਦੇ ਨੇ। ਔਰ ਤੀਸਰਾ ਕਰੈਕਟਰ ਬਾਬਾ ਸਾਹਿਬ ਅੰਬੇਡਕਰ ਨੇ ਆਤਮ ਸਨਮਾਨ ਨੂੰ ਮੰਨਿਆ। ਔਰ ਜਿਸ ਸਮਾਜ ਦੇ ਅੰਦਰ ਆਤਮ ਸਨਮਾਨ ਦੀ ਮੂਵਮੈਂਟ ਖਤਮ ਹੋ ਗਈ ਹੋਵੇ, ਅੱਜ ਸਾਡੀਆਂ ਭੈਣਾਂ ਨਾਲ ਬਲਾਤਕਾਰ ਹੁੰਦੇ ਹੋਣ, ਅੱਜ ਸਾਡੇ ਸਮਾਜ ਦੀਆਂ ਜਿਹੜੀਆਂ ਔਰਤਾਂ, ਮੇਰੀਆਂ ਭੈਣਾਂ 250-250 ਗ੍ਰਾਮ ਦਾ ਫੈਕਟਰੀਆਂ ਚ ਲਿਜਾ ਕੇ ਪੋਚਾ ਮਾਰਨ ਦਾ ਕੰਮ ਕਰਦੀਆਂ ਹੋਣ, ਔਰ ਉਹ ਸਮਾਜ ਦੇ ਵਿੱਚ ਕੋਈ ਆਤਮ ਸਨਮਾਨ ਨਾ ਜਾਗਿਆ ਹੋਵੇ, ਉਹ ਚ ਕੋਈ ਅਣਖ ਨਾ ਪੈਦਾ ਹੋਈ ਹੋਵੇ, ਤਾਂ ਇਹ ਤੋਂ ਵੱਡੀ ਤਰਾਸਦੀ ਹੋਰ ਕੋਈ ਨਹੀਂ ਹੋ ਸਕਦੀ। ਜਦੋਂ ਬਾਬਾ ਸਾਹਿਬ ਅੰਬੇਡਕਰ ਇਸ ਦੁਨੀਆ ਤੋਂ ਗਏ, 15 ਲੱਖ ਲੋਕ ਬਾਬਾ ਸਾਹਿਬ ਅੰਬੇਡਕਰ ਨੂੰ ਰੋ ਰੋ ਕੇ ਬਾਬਾ ਸਾਹਿਬ ਅੰਬੇਡਕਰ ਨੂੰ ਵਿਦਾ ਕਰ ਰਹੇ ਸੀ। ਤੇ ਬਾਬਾ ਸਾਹਿਬ ਅੰਬੇਡਕਰ ਨੂੰ ਬੰਬੇ ਦੇ ਵਿੱਚ, ਦਾਦਰ ਦੇ ਵਿੱਚ ਦਰਿਆ ਦੇ ਕੰਢੇ ਫੂਕਿਆ ਗਿਆ। ਫੂਕਿਆ ਸ਼ਬਦ ਮੈਂ ਇਸ ਕਰਕੇ ਵਰਤ ਰਿਹਾ ਹੈ ਕਿਉਂਕਿ 15 ਲੱਖ ਲੋਕਾਂ ਨੇ ਕੋਈ ਵਿਰੋਧ ਨਹੀਂ ਕੀਤਾ ਕਿ ਬਾਬਾ ਸਾਹਿਬ ਅੰਬੇਡਕਰ ਸਾਡਾ ਪੈਰੋਕਾਰ ਹੈ, ਸਾਡਾ ਇਹ ਰਹਿਬਰ ਹੈ, ਇਹਨੂੰ ਸਨਮਾਨ ਵਾਲੀ ਜ਼ਿੰਦਗੀ ਦਿਓ। ਤੁਹਾਡਾ ਗਾਂਧੀ, ਜਿਹਦੇ ਵਾਸਤੇ ਚਰਿੱਤਰ ਦੇ ਉੱਤੇ ਵੀ ਕਿਤਾਬਾਂ ਆ ਗਈਆਂ, ਉਹਨੂੰ ਦਿੱਲੀ ਦੇ ਰਾਜਘਾਟ ਦੇ ਵਿੱਚ ਹਜ਼ਾਰਾਂ ਏਕੜ ਜਗ੍ਹਾ ਨਸੀਬ ਹੋਈ। ਤੇ ਸਾਡਾ ਰਹਿਬਰ ਜਿਹੜਾ ਭਾਰਤ ਦਾ ਸੰਵਿਧਾਨ ਹੋਵੇ, ਜਿਹਨੂੰ ਦੁਨੀਆ ਚੜ੍ਹਦੇ ਸੂਰਜ ਦਾ ਨਾਂ ਦੇਣ ਦੇ ਲਈ ਤਿਆਰ ਹੋਈ ਹੈ, ਤੇ ਉਹਨੂੰ 15 ਲੱਖ ਲੋਕਾਂ ਨੇ ਬੰਬੇ ਦੀ ਧਰਤੀ ਦੇ ਉੱਤੇ ਪਾਣੀ ਦੇ ਕੰਢੇ ਵਿਦਾ ਕਰ ਦਿੱਤਾ ਹੈ। ਔਰ ਕਿਸੇ ਇੱਕ ਵੀ ਇਨਸਾਨ ਨੇ ਕਸਮ ਨਹੀਂ ਖਾਧੀ, ਔਰ ਰੋਏ ਜ਼ਰੂਰ ਨੇ, ਪਿੱਟੇ ਜ਼ਰੂਰ ਨੇ। ਬੰਬੇ ਦੀ ਧਰਤੀ ਤੋਂ ਚਿੱਟਾ ਕਫਨ ਖਤਮ ਹੋ ਗਿਆ, ਨੀਲਾ ਕਫਨ ਖਤਮ ਹੋ ਗਿਆ, ਗੇਰੂਆ ਕਲਰ ਦਾ ਕਫਨ ਖਤਮ ਹੋ ਗਿਆ। ਬਾਬਾ ਸਾਹਿਬ ਦੇ ਪੈਰੋਕਾਰਾਂ ਨੇ ਬਾਬਾ ਸਾਹਿਬ ਅੰਬੇਡਕਰ ਤੇ ਕਫਨ ਪਾਇਆ। ਔਰ ਦੂਸਰੇ ਪਾਸੇ ਕਾਰਲ ਮਾਰਕਸ ਇਸ ਦੁਨੀਆ ਤੋਂ ਗਿਆ। ਅਰਥੀ ਦੇ ਜਲੂਸ ਦੇ ਵਿੱਚ ਸਿਰਫ 5 ਸ਼ਖਸ ਸਨ, ਔਰ 5 ਸ਼ਖਸਾਂ ਦੇ ਵਿੱਚੋਂ 4 ਸ਼ਖਸਾਂ ਨੇ ਉਹਨਾਂ ਨੂੰ ਉਹਦੇ ਕੰਧਿਆਂ ਤੇ ਚੱਕਿਆ ਔਰ ਜਾ ਕੇ ਸ਼ਮਸ਼ਾਨ ਭੂਮੀ 'ਚ ਰੱਖਿਆ। ਸ਼ਮਸ਼ਾਨ ਭੂਮੀ 'ਚ ਰੱਖ ਕੇ 5 ਲੋਕਾਂ ਨੇ ਕਸਮ ਖਾਧੀ, ਕਾਰਲ ਮਾਰਕਸ, ਤੁਸੀਂ ਇਸ ਦੁਨੀਆ ਤੇ ਆਏ ਸੀ, ਤੁਸੀਂ ਆਪਣਾ ਸਰੀਰ ਤਿਆਗ ਦਿੱਤਾ, ਪਰ ਤੁਹਾਡਾ ਵਿਚਾਰ ਨਹੀਂ ਅਸੀਂ ਖਤਮ ਹੋਣ ਦੇਵਾਂਗੇ। ਇਸ ਤੁਹਾਡਾ ਵਿਚਾਰ ਪੂਰੀ ਦੁਨੀਆ ਤੇ ਲਾਗੂ ਕਰਾਂਗੇ। ਉਹਨਾਂ 5 ਨੇ ਕਸਮ ਖਾਧੀ ਤੇ ਉਹਨਾਂ ਦਾ ਵਿਚਾਰ ਅੱਜ ਪੂਰੀ ਦੁਨੀਆ ਦੇ ਉੱਤੇ ਸਰਕਾਰਾਂ ਦੇ ਮਾਧਿਅਮ ਤੋਂ, ਉਹਨਾਂ ਦੀਆਂ ਸਰਕਾਰਾਂ ਬਣੀਆਂ ਉਹਦੇ ਵਿਚਾਰ ਦੇ ਮਾਧਿਅਮ ਤੋਂ। ਬਾਬਾ ਸਾਹਿਬ ਅੰਬੇਡਕਰ ਦੇ 15 ਲੱਖ ਪੈਰੋਕਾਰ, ਕਿਸੇ ਇੱਕ ਨੇ ਨਹੀਂ ਕਸਮ ਖਾਧੀ। ਤੇ ਅਸੀਂ ਗੰਗਾ ਗਏ, ਗੰਗਾ ਰਾਮ, ਯਮੁਨਾ ਗਏ, ਯਮੁਨਾ ਦਾਸ ਹੋਣ ਦਾ ਕੰਮ ਕੀਤਾ। ਮੈਨੂੰ ਲੱਗਦਾ ਇਸ ਸਮਾਜ ਦੇ ਵਿੱਚ 15 ਸਾਲਾਂ ਤੱਕ ਭਾਰਤ ਦੇ ਨਕਸ਼ੇ ਤੋਂ ਨਾ ਬਦਲਣ ਵਾਲਾ। ਜੇ ਤੁਸੀਂ ਬਹੁਜਨ ਸਮਾਜ ਦੀ ਲੜਾਈ ਲੜਨਾ ਚਾਹੁੰਦੇ ਆ ਤਾਂ ਕੋਈ ਤਿਆਗ ਕਰ ਲਓ। ਜੇ ਬਹੁਜਨ ਸਮਾਜ ਦੀ ਲੜਾਈ ਕਰਨਾ ਚਾਹੁੰਦੇ ਆ ਤਾਂ ਮੁੱਲਾ ਨਸਰੁਦੀਨ
ਵਾਂਗੂ ਜਾਣਾ ਕਿੱਥੇ ਹੈ, ਇਸ ਗੱਲ ਦੀ ਜਾਣਕਾਰੀ ਕਰ ਲਓ। ਜੇ ਤੁਸੀਂ ਬਾਬਾ ਸਾਹਿਬ ਅੰਬੇਡਕਰ ਦੇ ਪੈਰੋਕਾਰ ਹੈ, ਇਸ ਦੇਸ਼ ਦੇ ਅੰਦਰ ਕੁੱਲੀ ਗੁੱਲੀ ਜੁੱਲੀ ਰੋਟੀ ਦਾ ਪ੍ਰਬੰਧ ਕਰਨ ਦੇ ਅਸੀਂ ਧਾਰਨੀ ਹੈ, ਸਮਤਾ ਸਮਾਨਤਾ ਭਾਈਚਾਰਾ ਨਿਆਂ ਵਸਾਉਣ ਦੇ ਧਾਰਨੀ ਹੈ। ਇੱਕ ਬਾਬਾ ਜਿਹੜਾ ਬਾਬਾ ਸਾਹਿਬ ਬਾਬਾ ਅੰਬੇਡਕਰ ਹੈ, ਔਰ ਦੂਜਾ ਬਾਬਾ ਤੁਹਾਡਾ ਸਾਹਿਬ ਸ਼੍ਰੀ ਕਾਂਚੀ ਰਾਮ ਜਿਹੜਾ ਬਣਨਾ ਚਾਹੀਦਾ ਹੈ। ਇਸ ਦੇਸ਼ ਦੇ ਅੰਦਰ ਬਹੁਜਨ ਸਮਾਜ ਦੀ ਮੂਵਮੈਂਟ ਨੂੰ ਪ੍ਰਸਥਾਪਿਤ ਕਰਨਾ ਚਾਹੀਦਾ ਹੈ। ਸੋ ਬਹੁਤ ਬਹੁਤ ਧੰਨਵਾਦ। ਜੈ ਭੀਮ, ਜੈ ਭਾਰਤ, ਜੈ ਮੂਲ ਨਿਵਾਸੀ। ਮਾਫੀ ਚਾਹੁੰਦਾ, ਸਮਾਂ ਜ਼ਿਆਦਾ ਲੈ ਗਿਆ। काटा मार के मनु फिलॉसफी ते भीम राव ने जुग पलटा दिता। रत्तू किता असैंबली विच जाना, रस्ता लिख संविधान समझा दिता। रत्तू किता असैंबली विच जाना, रस्ता लिख संविधान समझा दिता। जिंदगी कीर्ति कामयाबी जागी जागी जिंदगी कीर्ति कामयाबी, ओ नेड़े आ गई मौत लुटेरिया दी। रंधावे वालिया मुड्ढो बुनियाद तिड़ गई। मनुवा दे उच्चे 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 बनेरिया दी, मनुवा दे उच्चे बनेरिया दी। भीमा जी तेरी सोच ने तूफान दिते रोकने। 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 साडे बहुत ही आदरणीय भैन जी साडा मान सत्कार प्यार कर गए ने। सो बहुत धन्यवाद करदी हां। होर भी साडे भैणा भरावां वालों बहुत सारा मान सत्कार आया है। सो बहुत धन्यवाद। तै दिल दी गहराइयां तो आसमान दियां ऊंचाइयां तक। दी बनाई
बुरा भला क्या बहुत ब्राह्मणा नू, बुरा भला क्या बहुत ब्राह्मणा नू, गुण उन्हां दे कदे अपनाए ही नहीं। थोड़ा पीछे भला बुरा क्या बहुत ब्राह्मणा नू, गुण उन्हां दे कदे अपनाए ही नहीं। ਉਹ ਸਮਾਂ ਸਥਿਤੀ ਵਿਚਾਰ ਲੈਂਦੇ, ਤੁਸੀਂ ਰੁੱਸੇ ਹੋਏ ਕਦੇ ਮਨਾਏ ਹੀ ਨਹੀਂ। ਧਨ ਅਤੇ ਗਿਆਨ ਪ੍ਰਾਪਤੀ ਦੇ ਹੁਣੀ ਕਦੇ ਵੀ ਮੌਕੇ ਖੁੰਝਾਏ ਹੀ ਨਹੀਂ। ਸਾਨੂੰ ਮਾਰ ਗਈ ਆਪਸੀ ਖਹਿਬਾਜੀ, ਦੁਸ਼ਮਣ ਕਦੇ ਨਿਸ਼ਾਨੇ ਤੇ ਆਏ ਹੀ ਨਹੀਂ। SCBC ਇਕੱਠੇ ਹੋ ਜਦੋਂ ਮਰਜ਼ੀ, SCBC ਇਕੱਠੇ ਹੋ ਜਦੋਂ ਮਰਜ਼ੀ, ਦੇਸ਼ ਵਿੱਚ ਸਰਕਾਰ ਬਣਾ ਸਕਦੇ। ਲੋਕ ਰਾਜ ਵਿੱਚ ਜਿਨ੍ਹਾਂ ਦੀ ਬਹੁ ਗਿਣਤੀ, ਉਹ ਤਾਂ ਕਿਸੇ ਵੀ ਮੋਦੀ ਨੂੰ ਢਾ ਸਕਦੇ। ਵੋਟ ਵੱਧ ਹੈ ਦਲਿਤਾਂ ਪਛੜਿਆਂ ਦੀ, ਜਦੋਂ ਚਾਹੁਣ ਇਹ ਯੁੱਗ ਪਲਟਾ ਸਕਦੇ। ਦੱਸੋ ਕਿਉਂ 85 ਨਹੀਂ 15 ਨੂੰ ਵੋਟਾਂ ਨਾਲ ਹੀ ਘਰੀ ਬਿਠਾ ਸਕਦੇ। ਜੇ ਗੱਲ ਚੰਗੀ ਲੱਗਦੀ ਤਾਂ ਤਾੜੀ ਜ਼ਰੂਰ ਮਾਰੋ, ਜਿਵੇਂ ਸਾਡੇ ਕਹਿ ਕੇ ਗਏ ਸਿੰਗਰ ਸਾਹਿਬ, ਮੈਡਮ ਸਿੰਗਰ। ਦਾਗ ਇੱਕ ਨਹੀਂ ਭੀਮਾ ਦੇ ਚੰਨ ਉੱਤੇ, ਰਾਜਨੀਤੀ ਵੀ ਕੀਤੀ ਤਾਂ ਖਰੀ ਉਹਨੇ। ਮਾੜੀ ਧਿਰ ਦੇ ਨਾਲ ਨਾ ਕੋਈ ਖੜਦਾ, ਕੇਵਲ ਮਾੜਿਆਂ ਦੀ ਹਾਮੀ ਭਰੀ ਉਹਨੇ। ਸਾਡੀ ਹਰ ਤਕਲੀਫ ਨਿਵਾਰਨੇ ਲਈ ਕਿਹੜੀ ਕਿਹੜੀ ਤਕਲੀਫ ਨਹੀਂ ਜਰੀ ਉਹਨੇ। ਅਸੀਂ ਸੁੱਕ ਜਾਂਦੇ ਮਰ ਮੁੱਕ ਜਾਂਦੇ, ਸਾਡੀ ਜੜ ਕੀਤੀ ਸਹਿਜਲ ਹਰੀ ਉਹਨੇ। ਇੱਥੇ ਤੱਕ ਲਿਆਉਣ ਲਈ ਕਾਰਵਾਂ ਨੂੰ, ਇੱਥੇ ਤੱਕ ਲਿਆਉਣ ਲਈ ਕਾਰਵਾਂ ਨੂੰ, ਇੱਥੇ ਤੱਕ ਲਿਆਉਣ ਲਈ ਕਾਰਵਾਂ ਨੂੰ। ਬੇਸ਼ੁਮਾਰ ਤਕਲੀਫਾਂ ਸਹਾਰੀਆਂ ਮੈਂ, ਨਹੀਂ ਬੜਾ ਘੇਰਿਆ ਘੋਰ ਵਿਰੋਧੀਆਂ ਨੇ, ਨਹੀਂ ਫੇਰ ਵੀ ਹਿੰਮਤਾਂ ਹਾਰੀਆਂ ਮੈਂ। ਪਿੱਛੇ ਜਾਵੇ ਨਾ ਕਾਰਵਾਂ ਕਿਸੇ ਹੀਲੇ, ਪਿੱਛੇ ਜਾਵੇ ਨਾ ਕਾਰਵਾਂ ਕਿਸੇ ਹੀਲੇ। ਲਿਖੀਆਂ ਜੁਗਤਾਂ ਸੰਵਿਧਾਨ ਵਿੱਚ ਸਾਰੀਆਂ ਮੈਂ, ਤੁਹਾਨੂੰ ਦੇਣ ਲਈ ਫੁੱਲਾਂ ਦਾ ਨਿੱਘ ਸਹਿਜਲ, ਰਾਤਾਂ ਕੰਢਿਆਂ ਉੱਤੇ ਗੁਜ਼ਾਰੀਆਂ ਮੈਂ। ਇਹ ਹੱਕ ਐਵੇਂ ਨਹੀਂ ਮਿਲੇ, ਬਹਾਰਾਂ ਐਵੇਂ ਨਹੀਂ ਮਾਣ ਰਹੇ। ਬਾਬਾ ਸਾਹਿਬ ਨੇ ਆਪਣਾ ਸਾਰਾ ਕੁਝ ਤੁਹਾਡੇ ਲਈ ਲਾਇਆ ਹੋਇਆ। ਮੈਨੂੰ ਲੱਗਦਾ ਨਹੀਂ ਜਹਾਨ ਉੱਤੇ, ਮੈਨੂੰ ਲੱਗਦਾ ਨਹੀਂ ਜਹਾਨ ਉੱਤੇ, ਬਾਬਾ ਸਾਹਿਬ ਮਹਾਨ ਦਾ ਸਾਨੀ ਹੋਵੇ। ਲੋਕਾਂ ਲਈ ਸਭ ਕੁਝ ਲਟਾਉਣ ਵਾਲਾ, ਭੀਮ ਜਿਹਾ ਜਹਾਨ ਤੇ ਦਾਨੀ ਹੋਵੇ। ਉਹਨਾਂ ਜਿਹਾ ਕੋਈ ਸੱਚੀਆਂ ਲਿਖਣ ਵਾਲਾ, ਦੱਸੋ ਕੋਈ ਜੇ ਗੁਣੀ ਗਿਆਨੀ ਹੋਵੇ। ਸਹਿਜਲ ਦੱਸੋ ਜੇ ਕਿਸੇ ਨੇ ਹੈ ਕੀਤੀ, ਬਾਬਾ ਸਾਹਿਬ ਤੋਂ ਵੱਧ ਕੁਰਬਾਨੀ ਹੋਵੇ। ਇੱਕ ਦੋ ਹੋਰ ਕਵਿਤਾ ਦੇ ਬਾਅਦ ਤੁਹਾਡੇ ਨਾਲ ਸਾਂਝੇ ਕਰਾਂਗਾ। ਦੇਖੋ ਜਿਹੜੇ ਮੋਦੀ ਦਾ ਇਸ ਵੇਲੇ ਨਾਂ ਆਪਣਾ ਬਾਬਾ ਸਾਹਿਬ ਦਾ ਨਾਂ ਲੈਂਦੇ ਆ, ਉਹ ਸਾਰੇ ਬਾਬਾ ਸਾਹਿਬ ਦੇ ਵੈਲ ਵਿਸ਼ਰ ਨਹੀਂ ਹੈ, ਉਹ ਵੀ ਆਪਾਂ ਪਛਾਣ ਰੱਖਣੀ ਆ। ਯਾਦ ਆਏ ਅੰਬੇਡਕਰ ਉਹਨਾਂ ਨੂੰ ਵੀ, ਬਾਬਾ ਸਾਹਿਬ ਨੂੰ ਜਿਨੀ ਦਵਾਈ ਰੱਖਿਆ।
ਜਾਤਾਂ ਧਰਮਾਂ ਦਾ ਹਊਆ ਖੜਾ ਕਰਕੇ ਸਾਰਾ ਦੇਸ਼ ਗੁਲਾਮ ਬਣਾਈ ਰੱਖਿਆ। ਸਹਿਜਲ ਰਾਜ ਸੱਤਾ ਆਪ ਭੋਗਦੇ ਰਹੇ, ਬੰਦਾ ਬੰਦੇ ਦੇ ਨਾਲ ਲੜਾਈ ਰੱਖਿਆ। ਕਿਸਮਤ ਆਤਮਾ ਅਤੇ ਪਰਮਾਤਮਾ ਨੂੰ ਆਪਣੇ ਹਥਿਆਰ ਬਣਾਈ ਰੱਖਿਆ। ਧਿਆਨ ਦਿਓ, ਜਿਹੜੇ ਗੀਤਾ ਨੂੰ ਕੌਮੀ ਗ੍ਰੰਥ ਕਹਿੰਦੇ, ਜਿਹੜੇ ਗੀਤਾ ਨੂੰ ਕੌਮੀ ਗ੍ਰੰਥ ਕਹਿੰਦੇ, ਜਾਤ ਪਾਤ ਦਾ ਕੋਡ ਨਹੀਂ ਧੋ ਸਕਦੇ। ਨਾਮ ਗਾਂਧੀ ਪਟੇਲ ਦਾ ਰਟਣ ਵਾਲੇ ਬਾਬਾ ਸਾਹਿਬ ਦੇ ਸਕੇ ਨਹੀਂ ਹੋ ਸਕਦੇ। ਆਖਰੀ ਬਾਤ ਤੁਹਾਡੇ ਨਾਲ ਸਾਂਝਾ ਕਰ ਰਿਹਾ, ਜਿਹੜੇ ਲੋਕ ਸੰਵਿਧਾਨ ਨੂੰ ਕਹਿਣ ਮਾੜਾ, ਨੀਅਤ ਉਹਨਾਂ ਦੀ ਮਾੜੀ ਹੈ ਕੋਈ ਸ਼ੱਕ ਨਹੀਂ। ਜਿਹੜੇ ਆਖਦੇ ਸਭ ਦਾ ਬਾਪ ਇੱਕੋ, ਖਲਕਤ ਇਹਨਾਂ ਨੇ ਪਾੜੀ ਹੈ ਕੋਈ ਸ਼ੱਕ ਨਹੀਂ। ਸਿੰਧ ਘਾਟੀ ਦੀ ਸਭਿਅਤਾ ਆਰੀਆਂ ਨੇ ਸਾੜੀ ਅਤੇ ਉਜਾੜੀ ਹੈ ਕੋਈ ਸ਼ੱਕ ਨਹੀਂ। ਜਾਤ ਪਾਤ ਦਾ ਬੀਜ ਜੇ ਨਾਸ ਹੋ ਜਾਏ, ਸਾਡਾ ਦੇਸ਼ ਫੁਲਵਾੜੀ ਹੈ ਕੋਈ ਸ਼ੱਕ ਨਹੀਂ। ਮਨੂਵਾਦ ਦੀ ਜੜ, ਮਨੂਵਾਦ ਦੀ ਜੜ, ਮਨੂਵਾਦ ਦੀ ਜੜ ਅੰਬੇਡਕਰ ਨੇ ਲੱਭੀ ਅਤੇ ਉਖਾੜੀ ਹੈ ਕੋਈ ਸ਼ੱਕ ਨਹੀਂ। ਸਹਿਜਲ ਅੱਜ ਦੇ ਦੌਰ ਵਿੱਚ ਸਾਡੀ ਗੁੱਡੀ ਕਾਂਸ਼ੀ ਰਾਮ ਨੇ ਚਾੜੀ ਹੈ ਕੋਈ ਸ਼ੱਕ ਨਹੀਂ। ਜੈ ਭੀਮ, ਜੈ ਭਾਰਤ, ਧੰਨਵਾਦ। के लगाए कि गुड्डी आसमानी चढ़ गई, ऐसे रावणा ने तुड़ के लगाए कि गुड्डी आसमानी चढ़ गई, ऐसे रावणा ने तुड़ के लगाए कि गुड्डी आसमानी चढ़ गई। होइयां तक के तरक्कियां है साडियां, होइयां देख के तरक्कियां है साडियां के जालमां नूं जहर चढ़ गई। ऐसे रावणा ने, ऐसे कांची वाले, ऐसे बाबा साहब तोड़ के लगाए कि गुड्डी आसमानी चढ़ गई, ऐसे रहबरा ने तोड़ के लगाए कि गुड्डी आसमानी चढ़ गई। रहबरा ने तोड़ के लगाए कि गुड्डी आसमानी चढ़ गई। अगी सी छोटी सी बिट्टू भाई तेरे बट्टी अगे बिट्टू और जैसे तेरे बिट्टू भाई सा तेरे पीछे और जैसे जैसे तेरे सामने बिट्टू की भाई सी छोटी सी बिट्टू भाई सा। अगी सी की कहते गल सुनने वाली है। और रात दिन खेलते हाँ नाल असी नोटां दे, बनदियां सरकारां साडियां ही वोटां ते। रात दिन खेलते हाँ नाल असी नोटां दे, बनदियां सरकारां साडियां ही वोटां ते। उच्चे उच्चे अफियां ते बैठ वेख सानू, उच्चे उच्चे अफियां ते बैठ वेख सानू। अज बैरियां दी वेखो बंदा हिक सड़ गई। ऐसे रहबरा ने, ऐसे कांची वाले, के लगाए तो गुड्डी आसमानी चढ़ गई। ऐसे रहबरा ने तोड़ के लगाए तो गुड्डी आसमानी चढ़ गई। रहबरा ने तोड़ के लगाए तो गुड्डी आसमान पे चढ़ गई। अगी सी छोटी सी तेरे बट्टी बिट्टू भाई सा, बिट्टू सी छोटी सी बिट्टू भाई सा। अगी सी बिट्टू सी तेरे बट्टी बिट्टू अगी बिट्टू भाई 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 सा। क्योंकि जिन्ना साडे समाज नूं दुरकारिया जांदा सी, जिन्ना साडे समाज उत्ते अत्याचार हुंदा सी, उस समय कोई आवाज चुकण वाला नहीं सी। साडा समाज जिहड़ा ਉਹ थल्ले दब चुका सी, गुलामी कर रहा सी। ते उन्हां विच इन्नी हिम्मत नहीं हो पा रही सी कि वो कुछ कर सकण अपने समाज दे प्रति, अपनी कौम दे प्रति खड़ सके कोई। पर जदों शहनशाहां दे शहनशाह, गुरुआं दे गुरु, सच्चे पातशाह संपूर्ण सतगुरु जगत गुरु रविदास महाराज जी, डॉक्टर भीमराव अंबेडकर जी इस दुनिया दे विच
ਇਨਸਾਨੀ ਜਾਮੇ ਦੇ ਵਿੱਚ ਜਨਮ ਲੈ ਕੇ ਆਏ ਤੇ ਜਿਹੜੀ ਜੂਨ ਹੈ ਉਹ ਸਾਰੀ ਬਦਲ ਗਈ ਜੀ। ਜਿਹੜੀ ਬਾਜੀ ਸੀਗੀ ਉਹ ਉਲਟੀ ਪੈ ਗਈ। ਕਹਿੰਦੇ ਆ ਵੇਂਦੇ ਵੇਂਦੇ ਬਾਜੀ ਸਾਰੀ ਪੁੱਠੀ ਦੇਖੋ ਹੋ ਗਈ और सिदक तीर साडी पलाची खलो गई। वेंदे वेंदे बाजी सारी पुट्ठी देखो हो गई और सिदक तीर साडी पलाची खलो गई। झूठा झूठ दा जो पानी बाबा पालिया झूठ दा जो पानी बाबा पालिया जड़ा दो दी वड्डी चढ़ गई। ऐसे रहबरां ने ऐसे काजी वाले ऐसे बाबा साहब कुड़ी के लगाए गुड्डी आसमानी चढ़ गई। ऐसे रहबरां ने कुड़ी के लगाए गुड्डी आसमानी चढ़ गई। रहबरां ने तुन के लगाए गुड्डी अंबरां ते चढ़ गई। बड्डी जी बिट्टू जी तेरे अगे जी बिट्टू जी छोटी जी के तेरे पीछे बड्डी जी तेरे होरी जे तेरे सानू होरी जी ते बड्डी जा बाबा साहब तेरे पीछे वाह 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 वाह। शौरतां दे छत्र सिरां ते पावे झुलदे पर कश्मीर नायो काफी कदे भुल दे। शौरतां दे छत्र सिरां ते पावे झुलदे पर कश्मीर नायो काफी कदे भुल दे। हथ मार दठ कर वाले फड़ना मार दठ कर वाले फड़ना दिलां च गली घर कर गई। ऐसे रहबरां ने ऐसे काजी वाले बाबा साहब टूट के लगाए आसमानी चढ़ गई। ऐसे रहबरां ने टूट के लगाए गुड्डी आसमानी चढ़ गई। रहबरां ने टूट के लगाए गुड्डी आसमानी चढ़ गई। ऐसे रहबरां ने टूट के लगाए गुड्डी आसमानी चढ़ गई। ऐसे रहबरां ने टूट के लगाए गुड्डी आसमानी चढ़ गई। ऐसे रहबरां ने टूट के लगाए